ਚੋਆ ਚੰਦਨ ਮਰਧਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਇਸ ਤਨ ਧਨ ਕੀ ਕਵਨ ਬੜਾਈ, ਧਰਨ ਕਰੈ ਪੁਰਵਾਰ ਨਾ ਜਾਈ। ਰਹਾਉ ਰਾਤ ਜੇ ਸੋਵੈ, ਦਿਨ ਕਰਹਿ ਕਾਮ। ਇਕ ਖਿਨ ਦੇ ਨਾ ਹਰਿ ਕੋ ਨਾਮ, ਹਾਥ ਕੰਗੋਰ ਮੁਖ ਖਾਇਓ ਤੰਬੋਰ। ਮਰਤੀ ਬਾਰ ਕਸ ਬਾਂਧਿਓ ਚੋਰ, ਗੁਰਮਤਿ ਰਸ ਰਸ ਹਰਿ ਗੁਣ ਗਾਵੈ। ਰਾਮੈ ਰਾਮ ਰਮਤ ਸੁਖ ਪਾਵੈ, ਕਿਰਪਾ ਕਰਕੇ ਨਾਮ ਦ੍ਰਿੜਾਈ। ਹਰ ਹਰ ਪਾਸ ਸੁਗੰਧ ਬਸਾਈ, ਕਹਤ ਕਬੀਰ ਚੇਤ ਰੇ ਅੰਧਾ। ਸਤ ਰਾਮ ਝੂਠਾ ਸਭ ਅੰਧਾ, ਕਹਤ ਕਬੀਰ ਚੇਤ ਰੇ ਅੰਧਾ। ਸਤ ਰਾਮ ਝੂਠਾ ਸਭ ਅੰਧਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਅਤੇ ਤਖਤ ਦੇ ਮਾਲਕ ਬਾਣੀ ਕੇ ਬੋਹੇ, ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ। ਪਾਤਸ਼ਾਹੀ ਪਹਿਲੀ, ਪਾਤਸ਼ਾਹੀ ਛੇਵੀਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਮਹਾਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਵਿਰਾਜਮਾਨ ਬਹੁਤ ਹੀ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ। ਆਪ ਗੁਰੂ ਪਿਆਰ ਵਾਲਿਆਂ ਨੇ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਗੁਰੂ ਚਰਨਾਂ ਵਿੱਚ ਬੈਠ ਕੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਗੁਰਦੇਵ ਆਪ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤੇ ਖੁਦ ਸੇਵਾਵਾਂ ਭੇਟਾਵਾਂ ਆਪਣੇ ਦਰ ਪ੍ਰਵਾਨ ਕਰਨ। ਸਭਨਾਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਾਧ ਸੰਗਤ ਜੀ, ਜਿਸ ਪ੍ਰਕਾਰ ਆਪ ਜੀ ਨੂੰ ਪਤਾ ਹੀ ਹੈ ਕਿ ਇਸ ਵੇਲੇ 7:30 ਤੋਂ 8:30 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਚਨਾਂ ਦੀ ਲੜੀਵਾਰ ਕਥਾ ਵਿਚਾਰ ਹੋਇਆ ਕਰਦੀ ਏ। ਗੌੜੀ ਰਾਗ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜੋ ਇੱਕ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਇਹ ਪਵਿੱਤਰ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 326 ਤੇ ਦਰਜ ਹੈ। ਇਸ ਸ਼ਬਦ ਦੀ ਅਸੀਂ ਵਿਚਾਰ ਕੱਲ ਸ਼ੁਰੂ ਕੀਤੀ ਸੀ, ਪਰ ਵਿਚਾਰ ਸਾਰੇ ਸ਼ਬਦ ਦੀ ਨਹੀਂ ਸੀ ਹੋ ਸਕਦੀ। ਲਿਹਾਜ਼ਾ ਬਾਕੀ ਜਿਹੜਾ ਸ਼ਬਦ ਬਚਿਆ ਹੈ, ਆਪ ਜੀ ਤੋਂ ਆਗਿਆ ਲੈ ਕੇ ਉਹ ਸ਼ਬਦ ਦੀ ਵਿਚਾਰ ਰਾਸ ਤੋਂ ਛੁੱਟੀ ਅਨੁਸਾਰ ਆਪ ਜੀ ਦੇ ਚਰਨਾਂ ਵਿੱਚ ਰੱਖਣ ਦਾ ਯਤਨ ਕਰੇ।
क्योंकि गुरबाणी का हर शब्द भावें वो श्लोक रूप में है ਜਾਂ ਅਸ਼ਟਪਦੀ ਦੇ ਰੂਪ ਵਿੱਚ ਹੈ, ਸ਼ਬਦ ਹੈ ਜਾਂ ਛੰਤ ਹੈ ਜਾਂ ਨਵੇਰੀਆਂ ਬਾਣੀਆਂ ਵਿੱਚੋਂ ਸ਼ਬਦ ਹਨ, ਉਹਨਾਂ ਵਿੱਚ ਸਾਡੇ ਵਾਸਤੇ ਕੋਈ ਨਾ ਕੋਈ ਗੁਰੂ ਸਾਹਿਬਾਨ ਵੱਲੋਂ, ਬਾਣੀਕਾਰਾਂ ਵੱਲੋਂ ਪਿਆਰੇ ਉਪਦੇਸ਼ ਬਖਸ਼ਿਸ਼ ਕੀਤਾ ਹੁੰਦਾ ਹੈ। ਇਹ ਸ਼ਬਦ ਦੀ ਸ਼ੁਰੂਆਤ ਹੋਈ ਸੀ, ਚੋਆ ਚੰਦਨ ਮਰਦਨ ਅੰਗਾ ਸੋ ਤਨ ਜਰੈ ਜਲੈ ਕਾਠ ਕੈ ਸੰਗਾ। ਰਹਾਉ ਵਾਲੀਆਂ ਪੰਕਤੀਆਂ ਹਨ। ਇਸ ਤਨ ਧਨ ਕੀ ਕਵਨ ਵਡਾਈ, ਫਿਰ ਕਹਿਣਾ ਧਰਨ ਪਰੈ ਉਰਵਾਰ। ਧਰਨ ਪਰੈ ਉਰਵਾਰ ਕਹਿ ਕੇ ਵਿਸ਼ਰਾਮ ਦੇ ਕੇ ਫਿਰ ਕਹਿਣਾ ਨਾ ਜਾਈ, ਉਰਵਾਰ ਤੇ ਵਿਸ਼ਰਾਮ ਦੇਣਾ। ਇਹ ਜਿਹੜਾ ਤਨ ਹੈ ਔਰ ਇਹ ਜਿਹੜਾ ਧਨ ਹੈ, ਧਨ ਦਾ ਮਾਨ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਤੂੰ ਧਨ ਦੇ ਮਾਨ ਦੀ ਗੱਲ ਛੱਡ, ਇਹ ਤਨ ਵੀ ਨਾਲ ਤੋਂ ਨਹੀਂ ਨਿਕਲਦਾ। ਜਦੋਂ ਮਨੁੱਖ ਜਨਮ ਲੈਂਦਾ ਹੈ ਤੇ ਤਨ ਲੈ ਕੇ ਸੰਸਾਰ ਤੇ ਆਉਂਦਾ ਹੈ, ਪਰ ਵਿਡੰਬਣਾ ਦੇਖੋ, ਜਦੋਂ ਇਸ ਸੰਸਾਰ ਤੋਂ, ਫਾਨੀ ਸੰਸਾਰ ਤੋਂ ਜਾਂਦਾ ਹੈ, ਉਦੋਂ ਤਨ ਵੀ ਇਹਦੇ ਨਾਲ ਨਹੀਂ ਹੁੰਦਾ। ਇਸ ਲਈ ਇਸ ਤਨ ਧਨ ਕੀ ਕਵਨ ਵਡਾਈ, ਇਸ ਤਨ ਦਾ ਕਾਹਦਾ ਮਾਨ, ਇਸ ਧਨ ਦਾ ਕਾਹਦਾ ਮਾਨ। ਇਹ ਸਾਡਾ ਅੱਜ ਦਾ ਸੈਂਟਰਲ ਆਈਡੀਆ ਹੈ। ਹਜ਼ੂਰ ਫਰਮਾਨ ਕਰਦੇ ਨੇ ਧਰਨ ਪਰੈ, ਧਰਤੀ ਤੇ ਹੀ ਪਿਆਰ ਰਹਿ ਜਾਏਗਾ। ਧਰਨ ਪਰੈ ਉਰਵਾਰ, ਉਰਲੇ ਪਾਸੇ। ਮੰਨ ਲਿਆ ਵੀ ਇੱਕ ਦਰਿਆ ਹੈ, ਇੱਧਰ ਲੋਕ ਹੈ ਤੇ ਉਧਰ ਪਰਲੋਕ ਹੈ। ਧਰਨ ਪਰੈ ਉਰਵਾਰ, ਉਰਲੇ ਪਾਸੇ ਹੀ ਇਹ ਸਭ ਕੁਝ ਰਹਿ ਜਾਂਦਾ ਹੈ, ਉਰਲੇ ਪਾਸੇ ਹੀ ਡਿੱਗ ਪੈਂਦਾ। ਹੁਣ ਇਹੀ ਕਾਰਨ ਹੈ ਨਾ ਵੀ ਸਾਨੂੰ ਬਾਣੀਕਾਰਾਂ ਨੇ ਜਦੋਂ ਤਨ ਦੀ ਗੱਲ ਆਈ ਤੇ ਆਖਿਆ ਇਸ ਤਨ ਨਾਲ ਨਾਮ ਜਪ, ਇਹਦੇ ਨਾਲ ਬਾਣੀ ਪੜ੍ਹ, ਸੇਵਾ ਕਰ। ਜਦੋਂ ਧਨ ਦੀ ਪਿਆਰਿਓ ਗੱਲ ਆਈ ਤੇ ਆਖਿਆ ਇਸ ਧਨ ਨਾਲ ਗੁਜ਼ਰਾਨ ਕਰ, ਪਰ ਇਹਦੇ ਚੋਂ ਦਸਵੰਧ ਵੀ ਕਰ। ਗਰੀਬ ਗਰੂਬੇ ਲਈ, ਲੋੜਵੰਦ ਲਈ, ਧਾਰਮਿਕ ਕਾਰਜਾਂ ਲਈ ਇਹੀ ਨਾਲ ਨਿਕਲਦਾ। ਪਰ ਕਿਰਪਨ ਦਾ ਜਿਹੜਾ ਧਨ ਹੈ ਉਹ ਸਿਰਫ ਉਹਦਾ ਰਾਖਾ ਹੁੰਦਾ, ਉਹਨੂੰ ਸੰਭਾਲਦਾ ਰਹਿੰਦਾ, ਇਕੱਠਾ ਕਰਦਾ ਰਹਿੰਦਾ, ਸੰਭਾਲਦਾ ਰਹਿੰਦਾ। ਤੁਸੀਂ ਹੋਰਾਂ ਦੀ ਛੱਡੋ, ਉਹ ਉਹਦੇ ਨਾਲ ਆਪ ਵੀ ਸੁੱਖ ਨਹੀਂ ਲੈ ਸਕਦਾ। ਬਈ ਬਹੁਤ ਜ਼ਿਆਦਾ ਇਕੱਠਾ ਹੋ ਜਾਏਗਾ ਤੇ ਫਿਰ ਮੈਂ ਇਹਦਾ ਆਨੰਦ ਲਵਾਂਗਾ। ਉਹ ਕਈ ਵਾਰ ਉਹ ਸਮਾਂ ਆਉਂਦਾ ਹੀ ਨਹੀਂਗਾ, ਪਹਿਲਾਂ ਹੀ ਕੋਈ ਨਾ ਕੋਈ ਭਾਣਾ ਵਰਤ ਜਾਂਦਾ। ਉਹਨੂੰ ਭਾਣਾ ਕਿਹੜਾ ਦੱਸ ਕੇ ਵਰਤਣਾ ਪਿਆਰੇ। ਇਸ ਤਨ ਧਨ ਕੀ ਕਵਨ ਵਡਾਈ, ਧਰਨ ਪਰੈ ਉਰਵਾਰ, ਉਰਲੇ ਪਾਸੇ ਹੀ ਤਨ ਤੇ ਧਨ ਰਹਿ ਜਾਂਦਾ, ਨਾ ਜਾਈ, ਨਾਲ ਨਹੀਂ ਜਾਂਦਾ। ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਨਾ ਨਾਨਕ, ਇਹ ਧਨ ਸਾਰ। ਸਾਰ ਮੈਨੇ ਸੰਭਾਲ, ਭਾਈ ਆਹ ਧਨ ਵੀ ਸੰਭਾਲ। ਹੁਣ ਪਹਿਲਾਂ ਤੇ ਇਹ ਧਨ ਕਮਾਣਾ ਸੌਖਾ ਨਹੀਂ, ਧਨ ਨਹੀਂ ਕਮਾਣਾ ਐਸਾ ਗੁਰਮਤਿ ਦਾ ਉਪਦੇਸ਼ ਨਹੀਂ। ਇਹਨੂੰ ਕਮਾਣਾ ਹੈ ਜਾਇਜ਼ ਢੰਗ ਨਾਲ ਕਮਾਣਾ, ਇੱਕ ਗੱਲ। ਦੂਜੀ ਗੱਲ, ਇਹਨੂੰ ਕਮਾਣਾ ਹੈ ਤੇ ਸੰਤੁਲਨ ਬਣਾਉਣਾ ਹੈ। ਨਹੀਂ ਮੈਂ ਅੱਗਾ ਸਵਾਰਨ ਵਾਸਤੇ ਨਿਰੰਕਾਰੀ ਧਨ ਕਿੰਨਾ ਕੁ ਕਮਾਇਆ। ਹੁਣ ਅਸੀਂ ਉਹ ਤੇ ਭੁੱਲ ਜਾਂਦੇ ਹਾਂ, ਬਿਲਕੁਲ ਇੱਕ ਪਾਸੜ ਹੋ ਕੇ ਧਨ ਇਕੱਠਾ ਕਰਨਾ। ਫਿਰ ਜਦੋਂ ਧਨ ਆ ਜਾਂਦਾ ਫਿਰ ਅਹੰਕਾਰ ਵੀ ਆ ਜਾਂਦਾ। ਸਾਡਾ ਇਹ ਦੇਸ਼ ਕ੍ਰਿਸ਼ੀ ਪ੍ਰਧਾਨ ਦੇਸ਼ ਹੈ। 4 ਮਣ ਅਨਾਜ ਵੱਧ ਹੋ ਜਾਏ ਤਾਂ ਵੀ ਹੰਕਾਰ ਆ ਜਾਂਦਾ ਹੈ। ਐਤਕੀ ਫਸਲ ਬੜੀ ਹੋਈ ਹੈ, 4 ਟਕੇ ਵੱਧ ਆ ਜਾਣ ਤਾਂ ਵੀ ਹੰਕਾਰ ਹੋ ਜਾਂਦਾ। ਹਜ਼ੂਰ ਫਰਮਾਨ ਕਰਦੇ ਨੇ, ਕਹਾ ਨਰ ਗਰਬਸ ਥੋੜੀ ਬਾਤ। ਬੰਦਿਆ ਥੋੜੀ ਜਿਹੀ ਗੱਲ ਦਾ ਕਾਹਦਾ ਅਹੰਕਾਰ ਕਰਨਾ। ਇਹ ਭਗਤ ਕਬੀਰ ਜੀ ਦੇ ਸ਼ਬਦ ਦੀ ਵਿਆਖਿਆ ਵਜੋਂ ਮੈਂ ਇਹ ਸ਼ਬਦ ਆਪ ਜੀ ਦੀ ਨਜ਼ਰ ਕਰ ਰਿਹਾ। मूल शब्द है, इस तन धन को कवन बढ़ाई, धरन परੈ उर्वार ना जाए। कोशिश करिया करिए भी जिस शब्द की विचार हो रही होवे ना, वो शब्द घोल के अंदर पा लईए। जदों भी जिंदगी सहज पाठ करते हैं, कीर्तन सुनते हैं, इधर उधर असी वो शब्द सुनीए
ਤੇ ਸਾਨੂੰ ਇੱਥੇ ਦਮਦਮਾ ਸਾਹਿਬ ਇਹ ਸ਼ਬਦ ਦੀ ਵਿਆਖਿਆ ਸੁਣੀ ਹੋਈ ਚੇਤਾ ਆ ਜਾਏ ਵੀ ਇਹਦਾ ਅਸਲ ਮੈਸੇਜ ਇਹਦੇ ਚ ਆ। ਉਹ ਤਾਂ ਹੋਵੇਗਾ ਜੇ ਸੁਰਤ ਟਿਕਾ ਕੇ ਸੁਣਾਂਗੇ। ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਕਹਾ ਨਰ ਗਰਬਸ ਥੋੜੀ ਬਾਤ, ਬੰਦੇ ਤੂੰ ਥੋੜੀ ਜੀ ਗੱਲ ਦਾ ਕਾਹਦਾ ਮਾਨ ਕਰਨਾ। ਕਹਿਣ ਲੱਗੇ ਜੀ ਕਿਹੜੀ ਥੋੜੀ ਜੀ ਗੱਲ? ਕਹਿਣ ਲੱਗੇ ਮਨ 10 ਨਾਜ ਟਕਾ 4 ਗਾਂਠੀ, ਐਤਕੀ 10 ਮਣ ਅਨਾਜ ਸੈਂਸ ਪਹਿਲਾਂ ਨਾਲੋਂ ਜ਼ਿਆਦਾ ਅਨਾਜ ਹੋ ਗਿਆ ਤੇ 4 ਪੈਸੇ ਵੀ ਪੱਲੇ ਜ਼ਿਆਦੇ ਆ ਗਏ। ਐਂਡੋ ਟੇਢੋ ਜਾ, ਤੇਰੀ ਤੇ ਤੋਰ ਹੀ ਬਦਲ ਗਈ ਹੈ। ਟੇਢੀ ਭਾਗ ਟੇਢੇ ਚੱਲੇ ਲਾਗੇ ਵੀਰੇ ਖਾਨ, ਔਰ ਭਾਉ ਭਗਤ ਸਿਓ ਕਾਜ ਨਾ ਕਛੂਐ ਮੇਰੋ ਕਾਮ ਦੀਵਾਨ। ਪ੍ਰੇਮਾ ਭਗਤੀ ਨਾਲ ਮੇਰਾ ਕੋਈ ਕੰਮ ਨਹੀਂਗਾ। ਮਾਇਆ ਕਈ ਵਾਰ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਵੀ ਬਣਾ ਦਿੰਦੀ ਹੈ ਗੁਰੂ ਸਵਾਰਿਓ। ਮਨ 10 ਨਾਚ ਟਕਾ 4 ਗਾਂਠੀ, ਐਂਡੋ ਟੇਢੋ ਜਾਤ ਬਹੁਤ ਪ੍ਰਤਾਪ ਗਾਉ 100 ਪਾਏ 2 ਲੱਖ ਟਕਾ ਬਰਾ। ਹੁਣ ਬੜੇ ਬੜੇ ਵੱਡੇ ਜ਼ਗੀਰਦਾਰ ਵੀ ਹੁੰਦੇ ਸਨ, ਕਈਆਂ ਕੋਲ 100 ਪਿੰਡ ਦੀ ਜ਼ਗੀਰ ਹੁੰਦੀ ਸੀ। ਫਿਰ ਉਹ ਕੀ ਕਰਦੇ ਸਨ? ਉਹਨਾਂ ਨੇ ਸਮੇਂ ਸਿਰ ਫਿਰ ਘੋੜਿਆਂ ਤੇ ਚੜ ਕੇ ਤੇ ਉਹ ਮਾਮਲਾ ਗਰਾਨ ਜਾਣਾ। ਭਾਈ ਇਹਦਾ ਜੋ ਹਿੱਸਾ ਬਣਦਾ ਹੈ, ਜੋ ਠੇਕਾ ਬਣਦਾ ਹੈ, ਜੋ ਇਹਦਾ ਮਾਮਲਾ ਬਣਦਾ ਹੈ, ਹੁਣ 100 ਪਿੰਡ ਦਾ ਮਾਮਲਾ ਇਕੱਠਾ ਕਰਨਾ। तो सीजन तो इस तरह ही लंघ जाता सी। अज कोई मिलिया है, अज नहीं मिलिया, इको पिंड च कई कई गेड़े मारने जां मुंशी रखे हुए सन। बहुत प्रताप, हुण इहदा बड़ा प्रताप है, इलाके विच इहदा बड़ा मान है, इलाके च बड़ी इहदी धुम है। गांव 100 पाए, गांव मैंने पिंड 100 पिंड का मालिक हो गया। 2 लाख टका बरात, 2 लाख टका बरात के अर्थ ने भी 2 लाख रुपया तो मामला इकट्ठा हो जाता। तो गल कदों की है जी? हुण भगत कबीर साहब का काल लभ लो, गुरु नानक साहब तो भी पहला दे ने। लिहाजा कई सदियां बतीत हो गई, और उदों 2 लाख टके की कितनी कीमत होगी तुसी अनुमान लगा के देखो, बहुत ज्यादा कीमत। बहुत प्रताप गांव 100 पाए। असी तो कई बार सारी उम्र मेहनत करके एक छोटा जिहा घर बना लईए, बुढ़ापे का कोई प्रबंध हो जाए, थोड़ा बहुता बैलेंस हो जाए, तो असी समझ लेने भी असी हुण बहुत तीर मारखा बन गए, बड़ा मारके का काम कर लिया। इत्थे तो बड़े बड़े कहिंदे तुहाडे सिकंदर वर्गे इत्थों खाली हथी चले गए प्यारिओ, इत्थों 100 पिंडां दी मालकी रखण वाले चले गए, और जितने भी गए पैगंबरी पुरखा नूं छड्ड के इत्थों रोंदे ही गए, रोंदे ही आए। जब जन्म लैण लग्या भी चीख मारी, ते जान लग्या भी रोंदे ही गए, किसी वजह करके धी को नहीं पुछदी, पुत्र को नहीं पुछदा, ये भी तो रोना ही हुंदा है ना। बहुत प्रताप गांव 100 पाए, 2 लाख टका बरात, दिवस 4 की करो साहिबी। 4 दिनां दी ये मालकी है, ये पक्की मालकी नहीं प्यारिओ। सो दिवस 4 की करो साहिबी, जैसे बन हर पात। और ये साहिबी तुहाडी इस तरह की है जिस तरह जंगल विच रुखां नाल लगे हुए पत्ते पत झड़ विच झड़ जाते हैं, तो फिर अगां फरवरी जी च पुंगर पैंदे ने। यही हाल इस प्रॉपर्टी का, इस संपदा का यही हाल। दिवस 4 की करो साहिबी, जैसे बन हर पात। फिर अपनी चेता करा दिया, इस तन धन की कवन बढ़ाई, धरन परै उर्वार ना जाई। दिवस 4 की करो साहिबी, जैसे बन हर पात। ना को ले आयो ये धन, ना को ले जा। इनू नाल कोई लैके नहीं आउंदा, और नाल कोई लैके भी नहीं जा सकता। पर फिर भी मनुख जां ते बीत चुके समय नूं लैके झुरदा रहिंदा है, जां अपने फ्यूचर नूं लैके टेंशन करदा रहिंदा है, जां ज्यादा हो जाए इस टेंशन च रहिंदा, जिहड़ा है वे उहनूं इंजॉय भी नहीं कर सकदा। जांच आ जाए ना ते प्यारिओ थोड़े विच भी आनंद, ना आवे ते बहुते विच भी। किन्नी कुछ मनुख की रिक्वायरमेंट है, 2 प्रशादे सवेरे, 2 शाम को, बड़ी शाम मारेगा तो लंच भी कर लेगा, दोपहर को भी चाहिए।
ਭਾਵੇਂ ਅਲਮਾਰੀਆਂ ਕੱਪੜਿਆਂ ਦੀਆਂ ਭਰ ਲਓ, 2 ਜੋੜੀ ਕੱਪੜੇ, 3 ਜੋੜੀ ਕੱਪੜੇ, 4 ਜੋੜੀ ਕੱਪੜੇ ਮੁੱਕਦੇ ਕੋਈ ਨਹੀਂ ਗੇ। ਪਰ ਅਲਮਾਰੀਆਂ ਭਰਨੀਆਂ ਨੇ। ਜੁੱਤੀਆਂ ਦੀ ਲਾਈਨ ਲੱਗੀ ਹੋਣੀ ਚਾਹੀਦੀ ਹੈ, ਭਾਵੇਂ ਪਾਣ ਦਾ ਮੌਕਾ ਨਾ ਹੀ ਮਿਲੇ, ਥੋੜੇ ਵਿੱਚ ਵੀ ਇੰਜੋਏ ਕੀਤਾ ਜਾ ਸਕਦਾ। ਪਰ ਜ਼ਿਆਦਾ ਸਟੋਰ ਕਰਨ ਦੇ ਚੱਕਰ 'ਚ ਸਾਰੇ ਸਵਾਸ ਖਰਚ ਕਰ ਬੈਠੇ ਆ ਤੇ ਥੋੜੇ ਨੂੰ ਵੀ ਇੰਜੋਏ ਨਹੀਂ ਕਰ ਸਕਦੇ। ਕੱਪੜੇ ਸਾਡੀਆਂ ਅਲਮਾਰੀਆਂ ਹਟਾਉਂਦੀਆਂ ਨੇ, ਮਾਇਆ ਸਾਡੀ ਬੈਂਕ ਹਟਾਉਂਦੇ ਨੇ, ਔਰ ਹੋਰ ਕਾਹਦਾ ਜ਼ਿਕਰ ਕਰਾਂ। ਜੀਵਨ ਜਾਤ ਨਾ ਕੋ ਲੈ ਆਇਓ ਇਹ ਧਨ, ਨਾ ਕੋ ਲੈ ਜਾਤ ਲੋ। ਐਗਜ਼ਾਮਪਲ ਵੇਖੋ ਕੈਸੀ ਦਿੱਤੀ। ਰਾਵਣ ਹੁਣ ਤੇ ਅਧਿਕ ਛੱਤਰ ਪਰ, ਰਾਵਣ ਦਾ ਮੁਕਾਬਲਾ ਤਾਂ ਨਹੀਂ ਨਾ ਤੂੰ ਕਰ ਸਕਦਾ, ਸਿਕੰਦਰ ਦਾ ਤਾਂ ਨਹੀਂ ਨਾ ਕਰ ਸਕਦਾ, ਕਾਰੂ ਬਾਦਸ਼ਾਹ ਦਾ ਤਾਂ ਨਹੀਂ ਨਾ ਕਰ ਸਕਦਾ। ਜਦੋਂ ਗੁਰੂ ਨਾਨਕ ਸਾਹਿਬ ਲਾਹੌਰ ਗਏ ਨਾ ਤੇ ਦੁਨੀ ਚੰਦ ਨਾਲ ਸਰੋਕਾਰ ਬਣਿਆ, ਕਿਉਂਕਿ ਉਹ ਆਪਣੇ ਪਿਤਾ ਦਾ ਸਰਾਧ ਕਰਵਾ ਲਿਆ ਸੀ ਤੇ ਮਹਾਰਾਜ ਨੇ ਉਹਦਾ ਫਰਕ ਦੂਰ ਕੀਤਾ ਸੀ ਵੀ ਇਹ ਜਿਹੜਾ ਭੋਜਨ ਤੁਸੀਂ ਧਾਰਮਿਕ ਲੋਕਾਂ ਨੂੰ ਖਵਾਉਂਦੇ ਹੋ ਨਾ, ਇਹ ਉੱਥੋਂ ਤੱਕ ਕੋਈ ਨਹੀਂ ਪਹੁੰਚਦਾ। ਹੁਣ ਅੱਗੋਂ ਸੰਗਰਾਮ ਆਉਣ ਵਾਲੀ ਹੈ ਤੇ ਸ਼ੁਰੂ ਹੋ ਜਾਣਾ ਕੰਮ। ਅਸੀਂ ਗੁਰਬਾਣੀ ਵਿੱਚ ਸਰਾਧਾਂ ਦਾ ਖੰਡਨ ਕਰਨ ਵਾਲੇ ਤੇ ਕਰਾਉਣ ਵਾਲੇ ਅਸਾਂ ਸਾਰਿਆਂ ਨੇ ਕਰਮਕਾਂਡ ਕਰਨਾ। ਤੁਸੀਂ ਦੇਖ ਲਿਓ, ਥੋੜੇ ਦਿਨਾਂ ਦੀ ਗੱਲ ਹੈ। ਬਹਾਨੇ ਭਾਵੇਂ ਹੋਰ ਬਣਾ ਲਈਏ, ਦੱਸੀਏ ਨਾ ਵੀ ਅਸੀਂ ਉਸ ਨਿਮਿਤ ਖਵਾ ਰਹੇ ਹਾਂ, ਪਰ ਖਵਾਉਣਾ ਉਸੇ ਨਿਮਿਤ। ਕਿਉਂ? ਕਿਉਂਕਿ ਇੱਕ ਅੰਦਰ ਮਿਸਅੰਡਰਸਟੈਂਡਿੰਗ ਬੈਠੀ ਹੈ ਬਈ ਅਸੀਂ ਇੱਥੇ ਭੋਜਨ ਖਵਾਵਾਂਗੇ ਇਹਨਾਂ ਨੂੰ ਤੇ ਸਾਡੇ ਜਿਹੜੇ ਪੂਰਵਜ ਨੇ ਉਹਨਾਂ ਨੂੰ ਭੋਜਨ ਮਿਲੇਗਾ। ਸਾਨੂੰ ਸੁਚੇਤ ਕਰਦੇ ਨੇ ਵੀ ਉਹ ਪਤਾ ਨਹੀਂ ਕਿੱਥੇ ਹੈ, ਕਿਹੜੀ ਜੂਨ ਵਿੱਚ। ਹੁਣ ਤੁਸੀਂ ਵੇਖੋ ਗੁਰਬਾਣੀ ਮਹਾਰਾਜ ਕਹਿੰਦੇ ਵੀ ਇੱਕ ਦੱਬਾ ਮਰਨ ਤੋਂ ਬਾਅਦ ਕਹਿੰਦਾ, ਇੱਕ ਦੱਬਾ ਇੱਕ ਦੱਜੀ ਹੈ ਦਾਗ ਦਿੱਤਾ, ਇੱਕ ਨਾ ਕੁੱਤੇ ਖਾਏ, ਉਹਨਾਂ ਦੀ ਅੰਤਮ ਕਿਰਿਆ ਵਾਲਾ ਹੀ ਕੋਈ ਨਹੀਂ, ਕੁੱਤੇ ਤਰੀਕੀ ਫਿਰਦੇ ਨੇ, ਇੱਕ ਪਾਣੀ ਵਿੱਚ ਉਸੱਟੀ ਹੈ। ਆ ਵੇਖਿਆ ਨਾ ਕਰੋਨਾ ਦੇ ਵਿੱਚ ਵੀ ਉਹਦੀ ਪਾਣੀ ਦੇ ਲਾਸ਼ਾਂ ਤੈਰ ਰਹੀਆਂ ਨੇ, ਸਚਾਈ ਹੈ। ਇੱਕ ਭੀ ਫਿਰ ਹੱਸਣ, ਆਹਾ ਸੱਸਾ ਨਾਣੇ ਨੂੰ ਹੁਸ਼ਿਆਰੀ, ਹੱਸਣ ਟਾਵਰ ਨੂੰ ਵੀ ਕਹਿੰਦੇ। ਇਹ ਜਿਹੜੇ ਪਾਰਸੀ ਨੇ ਨਾ, ਇਹਨਾਂ ਦਾ ਇਹ ਯਕੀਨ ਹੈ ਵੀ ਜੇ ਡੈੱਡ ਬੋਡੀ ਨੂੰ ਇੱਕ ਟਾਵਰ ਜਿਹਾ ਬਣਾ ਦਿੰਦੇ ਨੇ, ਉਹਦੇ ਉੱਤੇ ਰੱਖ ਦਿੰਦੇ ਨੇ ਵੀ ਜੇ ਉਹਨੂੰ ਇੱਲਾਂ ਖਾਣ, ਕਾਂ ਖਾਣ, ਤੋ ਜਿਹੜਾ ਮਰਿਆ ਉਹਦੀ ਆਤਮਾ ਨੂੰ ਸ਼ਾਂਤੀ ਮਿਲਦੀ, ਉਹ ਉਹਦੇ 'ਚ ਰੱਖ ਦਿੰਦੇ, ਉਹ ਫਿਰ ਨੋਚ ਕੇ ਖਾਂਦੇ ਨੇ। ਹੁਣ ਫਲਸਫਾ ਕੀ ਹੈ ਗੁਰਮਤਿ ਦਾ? ਤੁਸੀਂ ਵਾਰਸ ਹੋ ਕੌਮ ਦੇ। ਹਜ਼ੂਰ ਕਹਿੰਦੇ ਨੇ ਨਾਨਕ ਏਵ ਨਾ ਜਾਪੀ ਕਿੱਥੇ ਜਾਏ ਸਮਾਏ। ਇਹ ਨਹੀਂ ਕੋਈ ਦੱਸ ਸਕਦਾ ਵੀ ਉਹ ਆਤਮਾ ਹੁਣ ਇਸ ਵੇਲੇ ਕਿੱਥੇ ਹੈ। ਜੇ ਤੇ ਉਹ ਭੇਦ ਹੋ ਗਈ ਹੈ ਤੇ ਉਹਨੂੰ ਭੋਜਨ ਦੀ ਲੋੜ ਨਹੀਂ, ਤੇ ਜੇ ਉਹ ਅਗਲੀ ਜੂਨ ਵਿੱਚ ਚਲੀ ਗਈ ਹੈ ਤੇ ਫਿਰ ਉੱਥੇ ਉਹਨੂੰ ਭੋਜਨ ਮਿਲ ਰਿਹਾ ਹੈ। ਔਰ ਜੇ ਉਹਦੀ ਆਤਮਾ ਭਟਕ ਰਹੀ ਹੈ ਤੇ ਜਿਹੜੀ ਖੁਰਾਕ ਤੁਸੀਂ ਭੇਜ ਰਹੇ ਹੋ ਉਹਦੀ ਆਤਮਾ ਦੀ ਖੁਰਾਕ ਹੈ ਹੀ ਨਹੀਂ। ਕਿਸੇ ਐਂਗਲ ਤੋਂ ਵੀ ਇਹ ਚੀਜ਼ ਤੁਹਾਡੀ ਉਹਦੇ ਵਾਸਤੇ ਫਾਇਦੇਮੰਦ ਨਹੀਂ। ਜਦੋਂ ਗੁਰੂ ਨਾਨਕ ਨੂੰ ਪੰਡਤਾਂ ਨੇ ਕਿਹਾ ਨਾ ਵੀ ਤੁਸੀਂ ਵੀ ਕਾਲੂ ਜੀ ਦਾ ਸਰਾਧ ਕਰਾਓ, ਇਹ ਤੇ ਉੱਥੋਂ ਤੱਕ ਵੀ ਪਹੁੰਚ ਜਾਂਦੇ ਨੇ ਨਾ। ਤੇ ਮਹਾਰਾਜ ਨੇ ਪਤਾ ਕੀ ਕਿਹਾ ਸੀ? ਪਿਤਰ ਗਏ ਤੁਮਰੇ ਅਸ ਥੌਰੀ, ਭੂਖ ਪਿਆਸ ਜਾਣ ਹੈ। ਸਾਡੇ ਪਿੱਤਰ ਉੱਥੇ ਤੁਰ ਗਏ ਨੇ ਜਿੱਥੇ ਨਾ ਭੁੱਖ ਲੱਗਦੀ ਹੈ ਨਾ ਪਿਆਸ ਲੱਗਦੀ, ਭੋਜਨ ਦੀ ਜ਼ਰੂਰਤ ਹੀ ਕੋਈ। ਤੋ ਮੈਂ ਜਿਹੜੀ ਅਰਜ਼ ਕਰ ਰਿਹਾ ਸਾਂ, ਸਰਾਧਾਂ ਕਰਕੇ ਗੁਰੂ ਨਾਨਕ ਨਾਲ ਸੰਬੰਧ ਬਣਿਆ। ਨੇ ਆਖਿਆ ਜੀ ਮੇਰੇ ਘਰ ਪ੍ਰਸ਼ਾਦਾ ਛਕੋ। ਮਹਾਰਾਜ ਕਹਿੰਦੇ ਕਿਸ ਖੁਸ਼ੀ 'ਚ? ਕਹਿੰਦੇ ਮੇਰੇ ਪਿਤਾ ਦਾ ਸਰਾਧ ਹੈ। ਮਹਾਰਾਜ ਨੇ ਇਹਨੂੰ ਉਪਦੇਸ਼ ਦਿੱਤਾ, ਉੱਥੇ ਹੀ ਬਚਨ ਉਚਾਰਨ ਕੀਤਾ ਸੀ ਵੀ ਜੇ ਮੁਹਾਕਾ ਘਰ ਨੂੰ ਮੈਂ ਕਰਨਾ, ਪਿਤਰੀ ਦੇ ਅੱਗੇ ਵਸਤ ਸਿਆਣੀਏ, ਪਿਤਰੀ ਚੋਰ ਕਰੇ ਵੱਡੀਏ, ਹੱਥ ਦਲਾਲ ਕੇ ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲਿਆ ਜੇ ਖੱਟੇ ਕਾਲੇ। ਜੇ ਮੈਂ ਇਹਨੂੰ ਫੁੱਲ ਲੱਗ ਪਿਆ ਤੇ ਸਮਾਂ ਇੱਧਰ ਹੀ ਲੱਗ ਗਿਆ, ਮੈਂ ਨੁਕਤੇ ਦੀ ਗੱਲ ਬੇਲੀ ਬਣ ਗਿਆ। ਤੇ ਮਹਾਰਾਜ ਸੇਵਾ ਦੱਸਿਆ ਜੇ ਕੋਈ, ਮਾਰੇ ਕਹਿ ਲਗੇ ਦੱਸਾਂਗੇ। ਹੁਣ ਧਨ ਦਾ ਹੰਕਾਰ ਤੇ ਹੋ ਹੀ ਜਾਂਦਾ। ਐਸਾ ਉਹ ਜਨਮਿਓ ਜਗ ਮਾਹੀ, ਪ੍ਰਭਤਾ ਪਾਏ ਜਾਸ ਮਤ। ਸੰਸਾਰ 'ਚ ਇਸ ਤਰ੍ਹਾਂ ਦਾ ਕੌਣ ਪੈਦਾ ਹੋਇਆ ਜਿਹਦੇ ਕੋਲ ਪ੍ਰਭਤਾ ਹੋਵੇ, ਦੌਲਤ ਹੋਵੇ ਤੇ ਹੰਕਾਰ ਨਾ ਹੋਵੇ? ਤੇ ਜੇ ਨਾ ਹੋਵੇ ਤਾਂ ਫਿਰ ਉਹਦੀ ਮਾਨੋ ਗੱਲ। ਮਹਾਰਾਜ ਨੂੰ ਕਹਿੰਦਾ, ਮਹਾਰਾਜ ਮੇਰੀ ਇਮਾਰਤ ਦੇ ਉੱਤੇ ਜਿਹੜੇ ਝੰਡੇ ਝੁੱਲ ਰਹੇ ਨੇ, ਤੁਹਾਨੂੰ ਪਤਾ ਕਿਉਂ ਝੁੱਲ ਰਹੇ ਨੇ? ਮਾਰੀ ਤੇ ਲਗੇ ਮੈਨੂੰ ਪਤਾ ਤੇ ਉਹਨੂੰ ਸੀ। ਤੱਕ ਲਗਾ ਮਹਾਰਾਜ ਇਹਦੇ ਨਾਲ ਸਰਕਾਰ ਵੱਧਦਾ, ਹਕੂਮਤ ਦਾ ਹੁਕਮ ਹੈ ਵੀ ਜੇ ਤੁਹਾਡੇ ਕੋਲ 1 ਲੱਖ ਨਗਦੀ ਹੈ ਤੇ 1 ਝੰਡਾ ਫਰਾਓ, 2 ਹੈ ਤੇ 2। ਤੁਹਾਡੀ ਕਿਰਪਾ ਨਾਲ ਮੇਰੇ ਕੋਲ 7 ਲੱਖ ਨਗਦ, 7 ਝੰਡੇ ਝੁੱਲ ਰਹੇ। ਕੋਈ ਸੇਵਾ ਉੱਤੇ ਦੱਸਿਆ ਜੀ। ਹੁਣ ਆਮ ਤੌਰ ਤੇ ਧਾਰਮਿਕ ਆਗੂ ਇਹ ਕਹਿੰਦੇ ਨੇ ਵੀ ਦੇ ਦਿਓ ਜੀ, ਕੋਈ ਗੱਡੀ ਲੈ ਦਿਓ ਜੀ, ਆ ਫਲਾਣੀ ਸ਼ੈ ਲੈ ਦਿਓ ਜੀ, ਆ ਫਲਾਣਾ ਕੰਮ ਕਰਾ ਦਿਓ ਜੀ। ਇੱਥੋਂ ਪਤਾ ਕੀ ਪਹੁੰਚੇ ਨਾ
ਜਿਵੇਂ ਦੇ ਅਸੀਂ ਉਵੇਂ ਦੇ ਸਾਡੇ ਧਾਰਮਿਕ ਆ। ਇਹ ਤੇ ਚਰਮ ਦ੍ਰਿਸ਼ਟੀ ਨਾ ਇਹ ਬਈ ਹੁਣ ਇੱਕ ਬੰਦਾ ਕਹਿੰਦਾ ਮੈਂ ਆਪਣੇ ਕੰਮ ਦਾ ਵਿਸਥਾਰ ਕਰ ਲਾਂ ਤੇ ਇੱਕ ਸਾਧ ਕਹਿੰਦਾ ਆਪਣੇ ਡੇਰੇ ਦਾ ਵਿਸਥਾਰ ਕਰ ਲਾਂ। ਫਰਕ ਕੀ ਹੈ ਜੀ? ਸਿੱਖ ਸਾਖਾ ਬਹੁਤੇ ਕੀਏ। ਕਿਸੇ ਦੇ ਡੇਰੇ ਤੇ ਗਏ ਵੀ ਉੱਥੇ ਤੇ ਬੜੀ ਭੀੜ ਹੈ, ਚੇਲੇ ਬੜੇ ਨੇ, ਆ ਕੇ ਉਹ ਸਾਥ ਲਾ ਕੇ ਵੀ ਮੇਰੇ ਵੀ ਉਹਨੇ ਹੋਣੇ ਚਾਹੀਦੇ ਨੇ। ਗੱਡੀਆਂ ਬੜੀਆਂ ਖੜੀਆਂ ਨੇ, ਡੇਰਾ ਬੜਾ ਵੱਡਾ ਹੈ, ਰੰਗ ਬੜਾ ਵਧੀਆ ਉਹਨੇ ਕਰਾਇਆ, ਏਸੀ ਬੜੇ ਵੱਡੇ ਵੱਡੇ ਲਵਾਏ ਨੇ। ਹੁਣ ਸਾਧਾਂ ਦਾ ਵੀ ਕੰਪੀਟੀਸ਼ਨ ਹੋ ਜਾਂਦਾ ਨਾ। ਸਿੱਖ ਸਾਖਾ ਬਹੁਤੇ ਕੀਏ, ਬੜੇ ਸਿੱਖ ਬਣਾ ਲਏ, ਬੜੇ ਸਖਾ ਬਣਾ ਲਏ, ਪਰ ਕੇਸੋ ਕੀਓ ਨਾ ਮੀਤ, ਕੇਸਾਂ ਵਾਲੇ ਵਾਹਿਗੁਰੂ ਨੂੰ ਮਿੱਤਰ ਬਣਾ ਹੀ ਨਹੀਂ ਸਕਿਆ। ਚਾਲੇ ਥੇ ਹਰ ਮਿਲਣ ਕੋ ਵਿੱਚ ਅਟਕੇ, ਮਿਲਣ ਹਰੀ ਨੂੰ ਹੀ ਚੱਲਿਆ ਸੀ ਜਿੱਦਣ ਸੰਤ ਬਣਿਆ ਸੀ, ਪਰ ਚਿੱਤ ਡੇਰੇ ਦੇ ਵਿਸਥਾਰ ਵਿੱਚ ਹੀ ਅਟਕ ਗਿਆ, ਚਿੱਤ ਚੇਲੇ ਵਧਾਉਣ ਦੇ ਵਿੱਚ ਹੀ ਅਟਕ ਗਿਆ। ਇੱਥੋਂ ਤੱਕ ਬਿਰਤੀ ਹੋਈ। ਮਹਾਰਾਜ ਕੋਈ ਸੇਵਾ ਹੋਈ ਤਾਂ ਦੱਸਿਆ ਨਹੀਂ। ਹਜ਼ੂਰ ਕਹਿ ਲਗੇ ਦੱਸਾਂਗੇ। ਫਿਰ ਮਿਲਿਆ ਮਹਾਰਾਜ ਸੇਵਾ ਦੱਸੋ, ਮਹਾਰਾਜ ਕਹਿੰਦੇ ਦੱਸਾਂਗੇ। ਮਹਾਰਾਜ ਦੱਸੀ ਨਹੀਂ ਕੋਈ। ਹਜ਼ੂਰ ਕਹਿ ਲਗੇ ਆ ਜਾਓ। ਉਹਨੇ ਹੱਥ ਕਰ, ਹੱਥ ਕੀਤਾ। ਹਜ਼ੂਰ ਨੇ ਖੀਸੇ ਚੋਂ ਸੂਈ ਕੱਢ ਕੇ ਹੱਥਾਂ ਤੇ ਰੱਖ ਦਿੱਤੀ। ਮਹਾਰਾਜ ਇਹਦਾ ਕੀ ਕਰਾਂ? ਹਜ਼ੂਰ ਕਹਿ ਲਗੇ ਰੱਖ ਲੈ, ਮੈਂ ਤੇ ਦਰਵੇਸ਼ ਹਾਂ, ਵਿਚਰਦਾ ਰਹਿਣਾ, ਮੈਂ ਕਿਹਾ ਗਵਾਚ ਨਾ ਜਾਏ। ਤੇਰੀ ਹਵੇਲੀ ਬੜੀ ਵੱਡੀ ਹੈ ਨਾ, ਉੱਥੇ ਰੱਖ ਲਈ ਸਾਂਭ ਕੇ, ਔਰ ਇਹ ਸੂਈ ਮੈਂ ਤੇਥੋਂ ਅਗਲੇ ਜਹਾਨ ਲਵਾਂ। ਕੀ ਲੈ ਲਿਓ? ਦੇਖੋ ਜਿਹਨੂੰ ਕਹਿੰਦੇ ਮਾਇਆ ਧਾਰੀ ਅੱਤ ਅੰਨਾ ਬੋਲਾ, ਇਹ ਗੱਲ ਸੁਣੀ ਹੈ, ਕੰਨ ਨਾਲ ਸੁਣੀ ਹੈ, ਸੁਰਤ ਨਾਲ ਨਹੀਂ ਸੁਣੀ। ਜੇ ਸੁਰਤ ਨਾਲ ਸੁਣਦਾ ਤੇ ਮਨ ਚ ਵਿਚਾਰ ਹੁੰਦੀ ਵੀ ਅਗਲੇ ਜਾਣ ਤੇ ਜਾਣੀ ਕੋਈ ਨਹੀਂ, ਤੇ ਦਿਆਂਗਾ ਕਿੱਥੋਂ। ਹੁਣ ਹਜ਼ੂਰ ਨੇ ਸੂਈ ਦੇ ਦਿੱਤੀ, ਕਰ ਗਿਆ ਭਗਵਾਨ ਨੇ। ਆ ਨਾਨਕ ਤਪੇ ਨੇ ਸੂਈ ਦਿੱਤੀ, ਇਹ ਸੰਭਾਲ ਕੇ ਰੱਖ। ਕੀ ਕਰਨੀ ਜੇ? ਕਰਨਾ ਕੁਛ ਨਹੀਂ। ਉਹ ਕਹਿੰਦਾ ਸੀ ਅਗਲੇ ਜਾਣ ਦਾ। ਅੱਖ ਲੱਗੀ ਜੀ ਤੁਹਾਡਾ ਹੁਕਮ ਹੈ ਤੇ ਮੈਂ ਰੱਖ ਲੈਣੀ ਆ, ਪਰ ਜੇ ਗੁੱਸਾ ਨਾ ਕਰੋ, ਤੁਸੀਂ ਕਾਹਲੇ ਬੜੀ ਛੇਤੀ ਪੈ ਜਾਂਦੇ ਹੋ, ਗੁੱਸਾ ਨਾ ਕਰੋ। ਤੇ ਇੱਕ ਗੱਲ ਆਖਾਂ, ਕਹਿਣ ਲੱਗਾ ਅੱਖ ਲੱਗੀ ਅਗਲੇ ਜਾਣ ਕਿਵੇਂ ਰਜਾਏਗਾ? ਉਹ ਤੇਰਾ ਭਲਾ। ਇਹ ਗੱਲ ਤੇ ਮੇਰੇ ਖਿਆਲ ਚ ਹੀ ਨਹੀਂ ਆਈ। ਲਿਆ ਤੇ ਇਹਨੂੰ ਮੈਂ ਵਾਪਸ ਕਰਕੇ ਆ ਬਾਬਾ ਜੀ ਸੂਈ ਲੈ ਲਓ। ਕੀ ਗੱਲ ਹੋ ਗਈ? ਮੇਰੀ ਸੂਈ ਲਈ ਤੇਰੀ ਹਵੇਲੀ ਚ ਥਾਂ ਨਹੀਂ? ਨਹੀਂ ਮਹਾਰਾਜ ਥਾਂ ਤੇ ਬੜੀ ਹੈ, ਪਰ ਤੁਸੀਂ ਕਿਹਾ ਸੀ ਨਾ ਵੀ ਅਗਲੇ ਜਾਣ ਲਵਾਂਗੇ, ਅਗਲੇ ਜਾਣ ਤੇ ਜਾਣੀ ਕੋ ਨਹੀਂ। ਹਜ਼ੂਰ ਨੇ ਸੋਚਿਆ ਲੋਹਾ ਗਰਮ ਹੈ, ਹੁਣ ਬਦਾਨ ਮਾਰ ਦੇਣਾ ਚਾਹੀਏ। ਪਰ ਕਹਿੰਦੇ ਮੇਰੀ ਸੂਈ ਅਗਲੇ ਜਾਣ ਕੋਈ ਨਹੀਂ ਜਾਣੀ। ਲੱਗੇ ਨਹੀਂ ਜਾਣੀ, ਤੇ ਤੇਰਾ 7 ਲੱਖ ਜਾਣਾ। ਬਸ ਲੋਹਾ ਗਰਮ ਸੀ, ਚੋਟ ਹੋ ਗਈ, ਕੰਮ ਹੋ ਗਿਆ। ਇਕੱਠੇ ਕਿਵੇਂ ਕੀਤੇ ਨਹੀਂ? ਕਹਿਣ ਲੱਗਾ ਜੀ ਗਲਤ ਤਰੀਕੇ ਨਾਲ। ਗਰੀਬਾਂ ਦਾ ਖੂਨ ਨਿਚੋੜਿਆ ਹੀ ਨਾ। ਕਹਿੰਦੇ ਕਿ ਗਰੀਬਾਂ ਦਾ। ਹਜ਼ੂਰ ਕਹਿੰਦੇ ਵੰਡ ਦੇ, ਵੰਡਾ ਦਿੱਤਾ। ਸੂਈ ਕੀ ਕਰਦੀ ਹੈ? ਕੋਈ ਸੁਸਤ ਜਿਹਾ ਹੋਵੇ, ਸੁੱਤਾ ਹੋਵੇ, ਬੜੀ ਜੀ ਚੋਟ ਦੇ ਉਤਰਾ ਕਿਉਂ ਪੈ। ਮੈਂ ਇੱਕ ਐਗਜ਼ਾਮਪਲ ਦੇ ਰਿਹਾ ਹਾਂ ਵੀ ਸੰਗਤ ਸਾਡੇ ਕੋਲ ਕੋਈ ਸੁੱਤਾ ਹੋਵੇ ਉਹਨੂੰ ਸੂਈ ਚੋਬਣੀ ਹੈ। ਵੀ ਇੱਕ ਐਗਜ਼ਾਮਪਲ, ਸੂਈ ਸੁੱਤੇ ਨੂੰ ਜਗਾਉਂਦੀ ਏ ਤੇ ਪਾਟੇ ਨੂੰ। ਇਹਦੀ ਆਤਮਾ ਪਰਮਾਤਮਾ ਨਾਲੋਂ ਜੁਦਾ ਹੋ ਗਈ ਸੀ। ਹਜ਼ੂਰ ਨੇ ਸੂਈ ਦਿੱਤੀ, ਕਾਫਲਤਾ ਦੀ ਨੀਂਦ ਵਿੱਚ ਸੁੱਤੇ ਹੋਏ ਨੂੰ ਚੋਬ ਕੇ ਜਗਾ ਦਿੱਤਾ, ਤੇ ਨਾਲੇ ਸਿਉਂ ਦਿੱਤਾ। ਤੇ ਇਹ ਕਹਿਣ ਲੱਗ ਪਿਆ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹਿ ਨਾ ਠਾਗੇ ਜਾਹੇ, ਕੌਣ ਜਿਨ ਕੈ ਰਾਮ ਵਸੈ ਮਨ ਮਾਹੇ। ਨਾ ਕਿ ਕੱਲੇ ਕੰਨ ਮਾਹੇ, ਮਨ ਵਿੱਚ ਵਸੇ। ਹੁਣ ਮੈਂ ਫਿਰ ਅਰਥ ਕਰਾਂ, ਨਾ ਕੋਊ ਲੈ ਆਇਓ ਇਹ ਤਨ, ਨਾ ਕੋਊ ਲੈ ਜਾਤ, ਰਾਵਣ ਹੂੰ ਤੇ ਅਦਕ ਛਤਰਪਤ ਖਿਨ ਮੈਂ ਗਏ ਬਲਾ। ਰਾਵਣ ਤੋਂ ਵੀ ਵੱਡੇ ਵੱਡੇ, ਅਧਿਕ ਜ਼ਿਆਦੇ, ਖਿਨ ਮੈਂ, ਖਿਨ ਜਿੰਨਾ ਸਮਾਂ ਵੀ ਨਾ ਲੱਗਾ, ਇੱਥੋਂ ਚਲੇ ਗਏ। ਹਰ ਕੇ ਸੰਤ ਸਦਾ ਫਿਰ ਪੂਜੋ, ਜੋ ਹਰ ਨਾਮ ਜਪਾ। ਭਾਈ ਸਤ ਸੰਗਤ ਵਿੱਚ ਜਾਇਆ, ਜਿੱਥੇ ਨਾਮ ਜਪਿਆ ਜਾਂਦਾ, ਬਾਣੀ ਦਾ ਅਭਿਆਸ ਹੁੰਦਾ, ਉਹਨਾਂ ਭਲੇ ਪੁਰਸ਼ਾਂ ਦੀ ਸ਼ੋਭਤ ਵਿੱਚ ਵਿਆਹ। ਜਿनको ਕਿਰਪਾ ਕਰਤਾ ਹੈ ਗੋਬਿੰਦ, ਜਿनको ਕਿਰਪਾ ਕਰਤਾ ਹੈ ਗੋਬਿੰਦ, ਤੇ ਸਤ ਸੰਗ ਮਿਲਾ, ਉਹਨਾਂ ਨੂੰ ਸਤ ਸੰਗਤ ਮਿਲਣ ਦਾ ਸੁਭਾਗ। ਇਸ ਵਾਸਤੇ ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਪਕੜ ਢਿੱਲੀ ਕਰੋ, ਧਨ ਕਮਾਓ,
ਸੋਹਣਾ ਘਰ ਬਣਾਓ, ਸੋਹਣੇ ਵਹੀਕਲ ਰੱਖੋ, ਬੱਚਿਆਂ ਨੂੰ ਅੱਛੇ ਸਕੂਲਾਂ 'ਚ ਪੜਾਓ, ਉਹਨਾਂ ਦੀ ਅੱਛੀ ਸਾਰਾ ਕੁਝ ਚੜ੍ਹਦੀ ਕਲਾ 'ਚ ਕਰੋ, ਪਰ ਪਕੜ ਲਗਾਤਾਰ ਢਿੱਲੀ ਕਰਦੇ, ਲਗਾਤਾਰ ਢਿੱਲੀ ਕਰਦੇ। ਆਪਣੇ ਆਪ ਨੂੰ ਮੈਂਟਲੀ ਪ੍ਰਪੇਅਰ ਕਰੋ ਵੀ ਇੱਕ ਦਿਨ ਇੱਕ ਝਟਕੇ ਨਾਲ ਸਭ ਕੁਝ ਹੋ ਸਕਦਾ। ਜਦੋਂ ਅਸ਼ਟਾਵਕਰ ਗਏ ਨਾ ਗਿਆਨ ਲੈਣ, ਤੇ ਵੇਖਿਆ ਵੀ ਇਹ ਤੇ ਬਹੁਤ ਵੱਡਾ ਘਾਟ ਬਾਟ ਹੈ, ਤੇ ਡਿਉੜੀ ਦੇ ਵਿੱਚ ਆਪਣੀ ਬੁਚਕੀ ਕਿੱਲੀ ਨਾਲ ਢੱਕ ਗਏ। ਰਾਜੇ ਜਨਕ ਕੋਲ ਜਦੋਂ ਗਏ ਅਸ਼ਟਾਵਕਰ ਅੰਦਰ ਗਏ ਤੇ ਘਾਟ ਬਾਟ ਵੀ ਮੈਨੂੰ ਘੱਲਿਆ ਇਹਦੇ ਕੋਲ ਗਿਆਨ ਲੈਣ ਲਈ, ਤੇ ਬੰਦਾ ਆਪ ਮਾਇਆ ਵਿੱਚ ਖਚਤ ਹੈ ਤੇ ਮੈਨੂੰ ਗਿਆਨ ਕੀ ਦੇਗਾ। ਰਾਜਾ ਜਨਕ ਹੁਣ ਅੰਤਰਜਾਮਤਾ ਦੀ ਅਵਸਥਾ ਵਾਲਾ ਸੀ, ਉਹਨੇ ਆਪਣੇ ਮਹੱਲਾ ਨੂੰ ਅੱਗ ਲਵਾ ਦਿੱਤੀ। ਚੱਲ ਗਿਆ, ਅੱਗ ਲਾ ਦਿਓ। ਮੈਂ ਅੱਗ ਲੱਗ ਗਈ, ਹਾਹਾਕਾਰ ਮਚ ਗਈ। ਹੁਣ ਇਹ ਅਸ਼ਟਾਵਕਰ ਸਾਹਮਣੇ ਬੈਠਾ ਡਿਸਟਰਬ ਹੋ ਗਿਆ। ਰਾਜਾ ਜਨਕ ਕਹਿਣ ਲੱਗਾ ਵੀ ਕੀ ਹੋਇਆ? ਆਖਣ ਲੱਗਾ ਜੀ ਹੋਇਆ ਤੇ ਕੁਛ ਨਹੀਂ, ਵੀ ਆਉਣ ਲੱਗਿਆ ਡਿਉੜੀ 'ਚ ਮੈਂ ਉਹ ਪੋਟਲੀ ਜੀ ਟੰਗ ਆਇਆ, ਉਹਦੇ 'ਚ ਮੇਰਾ ਇੱਕ ਲੰਗੋਟ ਹੈ। ਅੱਗ ਲੱਗ ਗਈ, ਇਹ ਮਹੱਲਾ ਨੂੰ ਮੇਰਾ ਲੰਗੋਟ ਨਾ ਸੜ ਜਾਏ। ਹੁਣ ਮਹੱਲਾ ਨੂੰ ਅੱਗ ਲੱਗੀ, ਇਹ ਜਨਕ ਡਿਸਟਰਬ ਨਹੀਂ ਹੋਇਆ, ਜਨਕ ਬਿਲਕੁਲ ਸ਼ਾਂਤਚਿਤ ਬੈਠਾ, ਤੇ ਅਸ਼ਟਾਵਕਰ ਦੀ ਲੰਗੋਟੀ ਨੂੰ ਡਰ ਪਿਆ ਹੋਇਆ ਵੀ ਮੇਰੀ ਲੰਗੋਟੀ ਨਾ ਸੜ ਜਾਏ। ਇਹਨੂੰ ਪਕੜ ਕਹਿੰਦੇ ਨੇ, ਪਕੜ ਲੰਗੋਟੀ ਨਾਲ ਵੀ ਹੋ ਸਕਦੀ, ਔਰ ਇਹ ਵੀ ਹੋ ਸਕਦਾ ਵੀ ਤੁਹਾਡੇ ਕੋਲ ਬਹੁਤ ਕੁਝ ਹੋਵੇ, ਤੁਸੀਂ ਉਹਨੂੰ ਇੰਜੋਏ ਵੀ ਕਰੋ, ਔਰ ਮੈਡੀਟੇਸ਼ਨ ਨਾਲ ਬਾਣੀ ਪੜ੍ਹ ਕੇ ਅਰਥਾਂ ਸਮੇਤ ਇਹ ਅਵਸਥਾ ਬਣ ਜਾਏ ਵੀ ਪਕੜ ਢਿੱਲੀ ਕਰਦੇ ਜਾ, ਲਗਾਤਾਰ ਢਿੱਲੀ ਕਰ। ਧੀ ਨੂੰ ਵੇਖ ਕੇ ਇੰਜੋਏ ਕਰੋ, ਸਾਹਮਣੇ ਵਿਚਰਦੀ ਹੈ ਇੱਧਰ ਉੱਧਰ, ਵੇਖ ਕੇ ਆਨੰਦ ਲਵੋ ਨਾ। ਬੇਟੇ ਨੂੰ ਵੇਖ ਕੇ ਖੁਸ਼ ਹੋਵੋ, ਪ੍ਰੋਪਰਟੀ ਵੇਖ ਕੇ ਖੁਸ਼ ਹੋਵੋ, ਪਤਨੀ ਨਾਲ ਹੱਸੋ, ਪਰ ਲਗਾਤਾਰ ਅੰਦਰੋਂ ਪਕੜ ਨੂੰ ਢਿੱਲੇ ਕਰਦੇ ਜਾ, ਪਕੜ ਨੂੰ ਢਿੱਲੇ ਕਰਦੇ ਜਾ, ਪਕੜ ਨੂੰ ਢਿੱਲੇ ਕਰਦੇ ਜਾ, ਪਕੜ ਨੂੰ ਢਿੱਲੇ ਕਰਦੇ ਜਾ। ਇਹਨੂੰ ਲਾਈਟਲੀ ਨਾ ਲਿਓ, ਮੈਂ ਜਿਹੜੀ ਬੇਨਤੀ ਕਰ, ਪਕੜ ਨੂੰ ਢਿੱਲੇ ਕਰਨਾ ਹੀ ਜੀਵਨ ਸਫਲ ਕਰਨਾ। ਅੰਦਰੋਂ ਆਪਣੇ ਆਪ ਨੂੰ ਪ੍ਰਪੇਅਰ ਕਰਨਾ ਵੀ ਪਤਾ ਨਹੀਂ ਅਗਲੇ ਛੜ ਕੀ ਹੋ ਗਿਆ, ਇੱਕ ਝਟਕੇ ਸਭ ਕੁਝ ਛੱਡ। ਹੁਣ ਪਕੜ ਹੀ ਦੁਖੀ ਕਰਦੀ ਹੈ ਨਾ। ਆ ਵੇਖੋ ਇੱਕ ਸ਼ਬਦ ਤੁਹਾਡੀ ਨਜ਼ਰ ਕਰਾਂ, ਹਜ਼ੂਰ ਬਾਣੀ ਚ ਕਹਿੰਦੇ ਨੇ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ ਲੀਨੀ ਹਾਥ ਪਸਾਰ। ਜਿਨ੍ਹਾਂ ਨੇ ਬਾਂਦਰ ਨੂੰ ਪਕੜਨਾ ਹੁੰਦਾ ਨਾ ਸਾਧ ਸੰਗਤ, ਉਹ ਜਿੱਥੇ ਬਾਂਦਰ ਬੋੜਾਂ ਤੇ ਪਿੱਪਲਾਂ ਤੇ ਆ, ਸਾਡੇ ਗੁਆਂਢੀ ਧਰਮ ਵਾਲੇ ਇਹਨਾਂ ਨੂੰ ਕੇਲੇ ਕੂਲੇ ਪਾਉਂਦੇ ਨੇ, ਭੁੱਜੇ ਦਾਣੇ, ਤੇ ਇਹ ਫਿਰ ਉੱਥੇ ਰਹਿਣਾ ਸਿੱਖ ਜਾਂਦੇ। ਜਿੱਥੇ ਇਹਨਾਂ ਨੂੰ ਗੁਜ਼ਾ ਮਿਲੇ ਹਿਲ ਜਾਂਦੇ ਨੇ, ਹੌਲੀ ਹੌਲੀ ਉਗਰ ਵੀ ਹੋ ਜਾਂਦੇ ਨੇ। ਕਈ ਵਾਰ ਲੋਕਾਂ ਕੋਲੋਂ ਖੋਣਾ ਵੀ ਸ਼ੁਰੂ ਕਰ ਦਿੰਦੇ ਨੇ, ਜੇਬਾਂ 'ਚ ਹੱਥ ਪਾਣੇ ਵੀ ਸ਼ੁਰੂ ਕਰ ਦਿੰਦੇ ਨੇ। ਇਹ ਵੀ ਵੇਖਣ 'ਚ ਆਇਆ ਸੋਸ਼ਲ ਮੀਡੀਆ ਤੇ। ਜਿਨ੍ਹਾਂ ਨੇ ਬਾਂਦਰਾਂ ਨੂੰ ਪਕੜਨਾ ਹੁੰਦਾ, ਕਲੰਦਰਾਂ ਨੇ ਤਮਾਸ਼ਾ ਕਰਨ ਲਈ, ਉਹ ਜਿੱਥੇ ਬਾਂਦਰ ਰਹਿੰਦੇ ਨੇ, ਜਿੱਥੇ ਕੋਈ ਪਹੁੰਚਦਾ ਨਹੀਂ, ਇਹਨਾਂ ਨੂੰ ਕੁਛ ਪਾਉਂਦਾ ਨਹੀਂ, ਭੁੱਖੇ ਮਰਦੇ ਨੇ, ਉੱਥੇ ਜਾ ਕੇ ਜ਼ਮੀਨ ਪੁੱਟ ਕੇ ਥੋੜੀ ਜਿਹੀ ਉਹਦੇ 'ਚ ਇੱਕ ਤੰਗ ਜਿਹੇ ਮੂੰਹ ਵਾਲੀ ਕੁੱਜੀ ਜਿਹੜੀ ਏ ਉਹ ਵਿੱਚ ਰੱਖ ਕੇ ਦੁਆਲੇ ਮਿੱਟੀ ਨਾਲ ਪੁੱਟ ਦਿੰਦੇ, ਉਹਦੇ ਵਿੱਚ ਖਿੱਲਾਂ ਪਾ ਦਿੰਦੇ ਨੇ ਛੋਲਿਆਂ ਦੀਆਂ ਜਾਂ ਮਕਈ ਦੀਆਂ। ਹੁਣ ਭੁੱਖਾ ਮਰਦਾ ਬਾਂਦਰ ਉੱਥੇ ਜਾਂਦਾ ਹੈ, ਉਹਦੇ ਵਿੱਚ ਹੱਥ ਪਾ ਦਿੰਦਾ, ਹੱਥ ਪੈ ਗਿਆ, ਹੁਣ ਉਹ ਖਿੱਲਾਂ ਦੀ ਮੁੱਠ ਭਰ ਲਈ। ਹੱਥ ਦਾ ਜਿਹੜਾ ਆਕਾਰ ਹੈ ਉਹ ਥੋੜਾ ਜਿਹਾ ਵੱਡਾ ਹੋ ਗਿਆ, ਜਦੋਂ ਬਾਹਰ ਕੱਢਦਾ ਤਾਂ ਨਿਕਲਦਾ ਨਹੀਂ। ਹੱਥ ਨਿਕਲ ਸਕਦਾ ਜੇ ਖਿੱਲਾਂ ਨੂੰ ਛੱਡ ਦੇ। ਇੱਕ ਦੋ ਕਰਕੇ ਖਿੱਲਾਂ ਕੱਢ ਕੇ ਖਾ ਲੈ ਤੇ ਪ੍ਰੋਬਲਮ ਕੋਈ ਨਹੀਂ, ਪਰ ਮੁੱਠ ਭਰ ਕੇ ਕੱਢੇ ਤੇ ਸਮੱਸਿਆ ਆਉਂਦੀ। ਅਸੀਂ ਮੁੱਠਾ ਹੀ ਭਰਨੇ ਆ ਨਾ ਵੀ ਜਿਹੜਾ ਕਬੀਰ ਕੀਚੜ ਆਟਾ ਗਿਰ ਪਰਿਆ ਕਛੂ ਨਾ ਆਇਆ ਹਾਥ, ਪੀਸਤ ਚਾਬਿਆ ਸੋਈ ਲਿਵਿਆ ਸਾਥ। ਆਪਣੇ ਘਰ ਚੱਕੀ ਕੋ ਨਹੀਂ ਸੀ, ਗੁਆਂਢੀ ਦੇ ਘਰ ਪੀਣ ਚਲੀ ਗਈ ਕੋਈ ਬੀਬੀ, ਉਹਦਾ ਸੁਭਾਅ ਸੀ ਵੀ ਦਾਣੇ ਇਸ ਤਰ੍ਹਾਂ ਨਾਲ ਪਕੜ ਕੇ ਇੱਕ ਦਾਣਾ ਚਬਾਣਾ, ਤੋ ਚਬਾਂਦੀ ਰਹੀ। ਤੇ ਜਦੋਂ ਸਾਰਾ ਪੀ ਲਿਆ, ਸਿਰ ਦੇ ਉੱਤੇ ਪਰਾਤ ਰੱਖ ਕੇ ਜਾ ਰਹੀ ਸੀ, ਠੁੱਡਾ ਵੱਜਾ ਤੇ ਉਹ ਗੰਦੀ ਨਾਲੀ ਸੀ ਬਾਣੀ, ਉਹ ਸਾਰਾ ਆਟਾ ਉਹਦੇ ਉੱਤੇ ਪਿਆ। ਪਰ ਕਬੀਰ ਸਾਹਿਬ ਦੇਖ ਰਹੇ ਸਨ, ਉਹ ਕਹਿ ਲਗੇ ਕਬੀਰ ਕੀਚੜ ਆਟਾ ਗਿਰ ਪਰਿਆ ਕਛੂ ਨਾ ਆਇਆ ਹਾਥ, ਮੇਰੇ ਤਾਂ ਮਹੀਨਾ ਲੰਘ ਜਾਣਾ ਇਹਦੇ ਨਾਲ, ਕਛੂ ਨਾ ਆਇਓ ਹਾਥ, ਪੀਸਤ ਚਾਬਿਆ ਸੋਈ ਲਿਵਿਆ ਸਾਥ। ਜਿਹੜਾ ਪੀਂਦਿਆਂ ਖਾਲੇ ਚਾਰ ਦਾਣੇ ਉਹ ਕੰਮ ਆ ਗਏ, ਬਾਕੀ ਸਾਰੇ ਵੇਸਟ ਚਲੇ ਗਏ। ਆਪ ਜੋੜਨਾ ਜਿਹੜਾ ਅਸੀਂ ਜੋੜਨੇ ਆ, ਉਹ ਚਿੱਕੜ 'ਚ ਆਟਾ ਡੁੱਲਣ ਵਾਲੀ ਗੱਲ ਕਈ ਵਾਰ। ਤਾਂ ਹੁਣ ਉਹ ਮੁੱਠ ਜਿਹੜੀ ਏ ਅਨਾਜ ਛੱਡਦਾ ਨਹੀਂ, ਉਹ ਮੁੱਠ ਉਹਦੇ 'ਚ ਫਸ ਜਾਂਦੀ। ਕਲੰਦਰ ਆ ਕੇ ਦੂਜੇ ਹੱਥ ਦੇ ਉੱਤੇ ਪੈਰ ਰੱਖ ਲਈ ਔਰ ਚੰਗੀ ਤਰ੍ਹਾਂ ਡੰਡੇ ਨਾਲ ਇੱਕ ਵਾਰ ਸੇਵਾ ਕਰਦਾ, ਕਿਉਂਕਿ ਉਹਨੇ ਫਸਟ ਇੰਪ੍ਰੈਸ਼ਨ ਉਹਦੇ ਤੇ ਪਾਣਾ ਹੁੰਦਾ, ਨੂੰ ਡਰਾਣਾ ਹੁੰਦਾ। ਏਦਾਂ ਹੀ ਕਰਦੇ, ਇੱਕ ਹੱਥ ਕੁੱਜੀ 'ਚ ਫਸਿਆ, ਦੂਜੇ ਹੱਥ ਤੇ ਪੈਰ ਰੱਖ ਲੈਂਦੇ ਨੇ,
ਗਲ 'ਚ ਸੰਗਲੀ ਪਾ ਕੇ ਸੱਜੇ ਹੱਥੇ ਡੰਡਾ ਫੜ ਕੇ ਦਾੜ ਡੰਡੇ ਮਾਰ ਕੇ ਇੱਕ ਵਾਰ ਪੂਰਾ ਡਰਾ ਦਿੰਦੇ। ਔਰ ਇਹ ਨਾ ਸਮਝੋ ਬਾਂਦਰ ਨੂੰ ਪਤਾ ਨਹੀਂ, ਬਾਂਦਰ ਨੂੰ ਵੀ ਪਤਾ। ਇੱਕ ਵਾਰ ਸਾਡੇ ਸਰਕਾਰ ਭਾਰਤ ਦੀ ਨਾਲ ਕੋਈ ਐਗਰੀਮੈਂਟ ਹੋਇਆ ਸੀ ਕਿਸੇ ਕੰਟਰੀ ਦਾ ਵੀ ਸਾਨੂੰ ਬਾਂਦਰ ਚਾਹੀਦੇ, ਕੋਈ ਮੈਡੀਕਲ ਸਾਇੰਸ ਵਾਲਿਆਂ ਪਤਾ ਨਹੀਂ ਉਹਦੇ ਚੋਂ ਕੀ ਦਵਾਈ ਬਣਾਉਣੀ ਸੀ। ਮੈਂ ਆਪਣੀ ਅੱਖੀਂ ਵੇਖਿਆ ਜਦੋਂ ਜਥੇਦਾਰ ਭਾਗ ਸਿੰਘ ਹਰੀ ਅਰੈਸਟ ਹੋਏ, ਸੰਤ ਜਰਨੈਲ ਸਿੰਘ ਜੀ ਜਿਉਂਦੇ ਸਨ, ਉੱਥੇ ਮੰਦਿਰ ਦਾ ਤੇ ਗੁਰਦੁਆਰੇ ਦਾ ਚੱਕਰ ਪਿਆ ਸੀ। ਕਰਨਾਲ ਮੰਜੀ ਸਾਹਿਬ ਗੁਰਦੁਆਰਾ ਹੈ, ਹੁਣ ਵੀ ਤੁਸੀਂ ਜਾਓ ਗੁਰਦੁਆਰੇ ਦੇ ਵਿੱਚ ਮੰਦਿਰ, ਕਿਉਂਕਿ ਮੈਜੋਰਿਟੀ ਦੀ ਮੰਨੀ ਜਾਂਦੀ, ਮਿਨੋਰਟੀ ਨੂੰ ਕੌਣ ਪੁੱਛਦਾ। ਹਾਲਾਂਕਿ ਉਦੋਂ ਕੁਝ ਸਿੰਘ ਸ਼ਹੀਦ ਵੀ ਹੋ ਗਏ ਸਨ, ਪਰ ਉਹ ਵੱਖਰਾ ਵਿਸ਼ਾ। ਉੱਥੇ ਇੱਕ ਬੋਰਡ ਹੈ ਬੜੀ ਵੱਡੀ, ਉਹਦੇ ਤੇ ਬਾਂਦਰ ਰਹਿੰਦੇ। ਉਹਨਾਂ ਦਿਨਾਂ ਵਿੱਚ ਪੁਲਿਸ ਨੂੰ ਇਹ ਹੁਕਮ ਸੀ ਵੀ ਤੁਸੀਂ ਗੋਲੀਆਂ ਮਾਰ ਕੇ ਇਹਨਾਂ ਨੂੰ ਮਾਰ ਕੇ ਟਰੱਕ ਭਰ ਕੇ ਲਿਜਾਂਦੇ ਸੀ। ਔਰ ਕਈ ਬਾਂਦਰ ਥੱਲੇ ਡਿੱਗ ਪਏ, ਔਰ ਉਹ ਰਾਈਫਲ ਦੇ ਵਿੱਚ ਕਾਰਤੂਸ ਭਰ ਰਿਹਾ ਸੀ। ਇੱਕ ਬਾਂਦਰ ਥੱਲੇ ਉਤਰਿਆ, ਥੱਲੇ ਉਤਰ ਕੇ ਤੇ ਜਿਹੜੇ ਸਿਪਾਹੀ ਕੋਲ ਰਾਈਫਲ ਸੀ ਨਾ, ਅੱਖੀਂ ਡਿੱਠੀ ਗੱਲ ਹੈ ਸੱਸ ਨੇ, ਉਹਦੇ ਸਾਹਮਣੇ ਹੱਥ ਜੋੜ ਕੇ ਸਨ ਤੇ ਖੜਾ ਹੈ ਬਾਂਦਰ, ਖੜਾ ਹੋ ਗਿਆ। ਕਾਂਸਟੇਬਲ ਰਾਈਫਲ ਲੈ ਕੇ ਖੜਾ, ਉਤਰ ਕੇ ਬੋਰਡ ਤੋਂ ਉਹਦੇ ਸਾਹਮਣੇ ਇੱਕ ਹੱਥ, ਨਾਲੇ ਅੱਖਾਂ ਵਿੱਚ ਅੱਥਰੂ ਤੇ ਨਾਲੇ ਅੰਗ ਹੱਥ ਜੋੜ ਕੇ ਉਹਨੇ ਛੱਡ ਦਿੱਤਾ ਸੀ, ਚੰਗਾ ਲੱਗਾ ਮੈਨੂੰ ਵੀ ਵੇਖ ਕੇ, ਬਹੁਤ ਚੰਗਾ ਲੱਗਾ। ਤੋ ਚੰਗੀ ਤਰ੍ਹਾਂ ਕੁੱਟਦੇ ਔਰ ਫਿਰ ਐਸਾ ਕੁੱਟਦੇ ਨੇ, ਭੁੱਖਾ ਰੱਖਦੇ ਨੇ, ਪਿਆਸਾ ਰੱਖਦੇ ਨੇ, ਉਹਨੂੰ ਨੱਚਣਾ ਸਿਖਾਉਂਦੇ ਨੇ। ਬਾਂਦਰ ਨੱਚਦਾ ਲੋਕਾਂ ਦੇ ਘਰਾਂ ਨੂੰ, ਜਦ ਤਮਾਸ਼ਾ ਹੁੰਦਾ ਸੀ, ਜਦੋਂ ਟੈਲੀਵਿਜ਼ਨ ਨਹੀਂ ਸੀ, ਸਰਕਸਾਂ ਸਨ। ਹੁਣ ਉਹ ਜਿਹੜਾ ਬੰਦਰ ਹੈ ਨਾ ਗੁਰੂ ਪਿਆਰਿਓ, ਨੱਚਦਾ ਬੰਦਰ ਹੈ, ਪੈਸੇ ਕਲੰਦਰ ਦੀ ਜੇਬ 'ਚ ਜਾਂਦੇ। ਮਹਾਰਾਜ ਕਹਿੰਦੇ ਨੇ ਇੱਕ ਮੁੱਠ ਅਨਾਜ ਦੇ ਬਦਲੇ ਤੂੰ ਆਪਣੀ ਜ਼ਿੰਦਗੀ ਕੈਦ ਵਿੱਚ ਪਾ ਦੇ। ਉਹ ਬੰਦਰ ਨੂੰ ਥੋੜਾ ਉਪਦੇਸ਼ ਹੈ, ਉਪਦੇਸ਼ ਤੇ ਸਾਨੂੰ ਹੈ ਵੀ ਜੇ ਥੋੜੀ ਜੀ ਚੀਜ਼ ਲਈ ਬਹੁਤ ਵੱਡੀ ਗੁਲਾਮੀ ਮੁੱਲ ਲੈ ਲੇਗਾ ਤਾਂ ਬੰਦਰ ਬਿਰਤੀ ਹੈ। ਮਰਕਟ ਮੁਸ਼ੀ ਅਨਾਜ ਕੀ ਮਨ ਬੌਰਾ ਰੇ, ਲੈਣੀ ਹਾਥ ਪਸਾਰ, ਛੂਟਣ ਕੋ ਸਹਿਸਾ ਪਰਿਆ ਮਨ ਬੌਰਾ ਰੇ, ਨਾਚਿਓ ਘਰ ਬਾਰ, ਹਰ ਘਰ ਦੇ ਬਾਹਰ ਅੱਗੇ ਜਾ ਕੇ ਨੱਚਣਾ ਹੋਇਆ। ਇਸ ਲਈ ਵਿਖੇ ਬਾਚ ਹਰ ਰਾਤ ਸਮਝ ਮਨ ਬੌਰਾ ਰੇ, ਗਏ ਨਾ ਰਾਮ ਜਹਾਜ਼, ਨਿਰਭੈ ਹੋਏ ਨਾ ਹਰ ਭਜੇ ਮਨ ਬੌਰਾ ਰੇ। ਇਹ ਮਨੁੱਖ ਦੀ ਫਿਤਰਤ ਹੈ। ਹੁਣ ਮੈਂ ਹੋਰ ਪ੍ਰਮਾਣ ਦੇਣ ਲੱਗ ਪਿਆ ਤੇ ਮੂਲ ਸ਼ਬਦ ਅੱਜ ਫਿਰ ਬਣ ਗਿਆ, ਇਸ ਲਈ ਮੈਂ ਤੁਹਾਡੀ ਸੁਰ ਦੇ ਸ਼ਬਦ ਵੱਲ ਦਵਾਵਾਂ। ਇਸ ਤਨ ਧਨ ਕੀ ਕਵਨ ਬੜਾਈ, ਧਰਨ ਪਰੈ ਉਰਵਾਰ ਨਾ ਜਾਈ, ਰਾਤ ਜੇ ਸੋਵੇਂ ਦਿਨ ਕਰੇ ਕਾਮ। ਹੁਣ ਆਮ ਤੌਰ ਤੇ ਇਸ ਤਰ੍ਹਾਂ ਹੀ ਹੁੰਦਾ ਵੀ ਰਾਤ ਸੌਂ ਕੇ ਲੰਘ ਜਾਂਦੀ ਹੈ, ਦਿਨ ਭੱਜ ਨਸ ਵਿੱਚ ਲੱਗਦਾ। ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। 8 ਪਹਿਰਾਂ ਚੋਂ 4 ਪਹਿਰ ਸੌਂ ਕੇ ਤੇ 4 ਪਹਿਰ ਕੰਮ ਕਾਰ ਕਰਕੇ ਘੜੀ ਮੁੜੀ ਕੁਝ ਖਾਣਾ ਹੈ, ਘੜੀ ਮੁੜੀ ਕੁਝ ਪੀਣਾ ਹੈ। ਦਿਹਾੜੀ ਵਿੱਚ 5-5 ਵਾਰਾਂ ਤੇ ਚਾਹ ਹੀ ਪੀ ਜਾਂਦੇ, ਲਿਆਓ ਬਿਸਕੁਟ, ਲਿਆਓ ਚਾਹ, ਲਿਆਓ ਪ੍ਰਸ਼ਾਦਾ। ਉਹਨੇ ਬ੍ਰੇਕਫਾਸਟ ਹੋ ਗਿਆ, ਹੁਣ ਲੰਚ ਹੋ ਗਿਆ, ਹੁਣ ਡਿਨਰ ਹੋ ਗਿਆ। ਕਿਸੇ ਦੇ ਕੋਲ ਗਏ ਆ, ਉਹਨਾਂ ਕਹਿਣਾ ਲਓ ਜੀ ਜੇ ਇਹ ਸ਼ਿਕਾਇਆ ਹੀ ਨਾ ਕੋਈ ਤੇ ਕਹਿਣਗੇ ਉਹਦੇ ਸੁੱਚੇ ਮੂੰਹ ਹੀ ਵਾਪਸ ਆ ਗਏ। ਤੋ ਅਸੀਂ ਕੈਲਕੂਲੇਸ਼ਨ ਨਹੀਂ ਕਰਦੇ, ਸਾਰਾ ਦਿਨ ਸਾਡਾ ਖਾਣ ਵਿੱਚ ਹੀ ਲੰਘ ਜਾਂਦਾ, ਕੰਮਾਂ ਧੰਦਿਆਂ 'ਚ ਲੰਘ ਜਾਂਦਾ। ਹੁਣ ਹਜ਼ੂਰ ਕਹਿੰਦੇ ਨੇ ਚਲੋ ਕੋਈ ਹਰਜ ਨਹੀਂ, ਪਰ ਇਸ ਗੱਲ ਦਾ ਵੀ ਗੌਰ ਕਰ ਲੈ ਵੀ ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹਦੇ ਕੰਮ। ਤੈਨੂੰ ਤੇ ਸਵਾਸ ਜਪਣ ਲਈ ਭੇਜਿਆ ਸੀ ਨਾ, ਪਰ ਚਲੋ ਸਵਾਸ ਨਹੀਂ ਤੇ ਕੋਈ 5-10-20 ਮਿੰਟ ਹੀ ਜਪ ਲੈਂਦੇ। ਚਲੋ ਤੁਸੀਂ ਤੇ ਪਿਆਰੇ ਭਾਗਾਂ ਵਾਲੇ ਹੋ, ਆ ਸੰਗਤ ਵਿੱਚ ਤੁਸੀਂ ਆ ਕੇ ਆਸਾ ਕੀ ਵਾਰ ਸ਼ਬਦ ਵਿਚਾਰ ਸੁਣ ਕੇ ਆਪਣਾ ਸਮਾਂ ਸਫਲ ਕਰਦੇ। ਇਹ ਵੀ ਸਿਮਰਨ ਹੈ। ਮੈਂ ਬੇਨਤੀ ਕਰਾਂ, ਸਿਮਰਨ ਕੀ ਹੈ? ਚੇਤਾ ਕਰਨਾ। ਹੁਣ ਜਦੋਂ ਇੱਥੇ ਰੱਬ ਦੀਆਂ ਗੱਲਾਂ ਹੋ ਰਹੀਆਂ ਤੇ ਰੱਬ ਚੇਤਾ ਆ ਰਿਹਾ ਹੈ, ਰੱਬ ਚੇਤਾ ਆ ਰਿਹਾ ਤੇ ਸਿਮਰਨ ਹੋ ਰਿਹਾ। ਹੋਰ ਸਿਮਰਨ ਕੀ ਹੈ? ਜਦੋਂ ਅਸੀਂ ਸਿਮਰਨ 'ਚ ਬੈਠਦੇ ਹਾਂ, ਕਈ ਵਾਰ ਉਦੋਂ ਸਿਮਰਨ ਨਹੀਂ ਹੁੰਦਾ। ਪੂਜਾ ਰੂਮ ਵੀ ਬਣਾਇਆ ਹੈ, ਥੱਲੇ ਕੱਪੜਾ ਵੀ ਵਿਛਾਇਆ ਹੈ, ਬੈਠ ਵੀ ਜਾਂਦੇ ਆ ਤੇ ਸਿਮਰਨ ਵੀ ਕਰ ਰਹੇ ਆ, ਪਰ ਸਿਮਰਨ ਰੱਬ ਦਾ ਨਹੀਂ, ਸਿਮਰਨ ਬੇਟੇ ਦਾ ਹੋ ਗਿਆ ਹੁੰਦਾ। ਅਰੇ ਵੈਨ ਆ ਗਈ ਹੋਵੇ, ਵੈਨ ਉੱਥੇ ਪਹੁੰਚ ਗਈ ਹੋਵੇ, ਪਤਾ ਨਹੀਂ ਟਿਫਨ ਲੈ ਗਿਆ ਹੈ ਕਿ ਨਹੀਂ ਲੈ ਗਿਆ। ਸਿਮਰਨ ਚੇਤਾ ਕਰਨਾ। ਕਈ ਵਾਰ ਦੁਕਾਨ ਦਾ ਸਿਮਰਨ ਹੋ ਰਿਹਾ ਹੁੰਦਾ, ਕਈ ਵਾਰ ਜੌਬ ਦਾ ਸਿਮਰਨ ਹੋ ਰਿਹਾ ਹੁੰਦਾ, ਕਈ ਵਾਰ ਬੱਚਿਆਂ ਦਾ ਸਿਮਰਨ ਹੋ ਰਿਹਾ ਹੁੰਦਾ, ਪਰ ਸੰਗਤ ਵਿੱਚ ਸੁਰਤ ਸ਼ਬਦ ਵੱਲ ਚਲੀ ਜਾਂਦੀ ਹੈ। ਲਿਹਾਜ਼ਾ ਇਹ ਸਹੀ ਲੈਣਿਆਂ ਵਿੱਚ ਸਿਮਰਨ, ਇਹ ਵੀ ਮਹੱਤਵ। ਹੁਣ ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਹਾਥ ਤਾਂ ਡੋਰ
ਮੁਖ ਖਾਇਓ ਤੰਬੋਰ। ਇਹ ਜਿਹੜਾ ਨਕਸ਼ਾ ਅਯਾਸ਼ੀ ਵਾਲਾ ਨਕਸ਼ਾ, ਵੱਡੇ ਵੱਡੇ ਜਿਹੜੇ ਸ਼ੇਖ ਨੇ, ਹੁਣ ਵੀ ਅਰਬ 'ਚ ਤੁਸੀਂ ਜਾਓ, ਉਹਨਾਂ ਬਾਜ ਰੱਖੇ ਹੋਏ ਨੇ, ਸ਼ਿਕਾਰ ਕਰਦੇ ਨੇ। ਕੋਈ ਪੰਛੀ ਲੰਘਿਆ ਉਹਨੂੰ ਭੇਜ ਦੇਣਾ, ਜਾ ਵੀ ਉਹਨੂੰ ਪਕੜ ਕੇ ਲਿਆਓ, ਪਕੜ ਲਿਆਉਂਦੇ ਨੇ ਸਿੱਖੇ ਹੋਏ ਬਾਜ। ਹਰਨਾ ਬਾਜਾਂ ਤੇ ਸਿਕਦਾਰਾਂ, ਇਹਨਾਂ ਪੜਿਆ ਨਾਉ, ਫਾਂਦੀ ਲੱਗੀ ਜਾਤ ਫਾਇਨ ਅੱਗੇ ਨਾ ਹੀ ਥਾਂ। ਸਿੱਖਿਆ ਹੋਇਆ ਹਰਨ ਟੋਲਾ ਹਰਨਾਂ ਦਾ ਲਿਆ ਕੇ ਸ਼ਿਕਾਰੀ ਦੇ ਜਾਲ 'ਚ ਫਸਾ ਦਿੰਦਾ। ਸਿੱਖਿਆ ਹੋਇਆ ਬਾਜ ਪੰਛੀਆਂ ਨੂੰ ਪਕੜ ਪਕੜ ਕੇ ਆਪਣੇ ਮਾਲਕ ਕੋਲ ਲੈ ਆਉਂਦਾ। ਹਰਨਾ ਬਾਜਾਂ, ਇਹੀ ਹਾਲ ਸਿਕਦਾਰ ਦਾ, ਜਿਹਨੂੰ ਤੁਸੀਂ ਮੁਖਬਰ ਕਹਿੰਦੇ ਹੋ, ਟੌਪ ਕਹਿੰਦੇ ਹੋ, ਕੀ ਕਰਦਾ? ਉਹ ਵੀ ਇਨਸਾਨ ਹੈ, ਜਿਨ੍ਹਾਂ ਨੂੰ ਪਕੜਾਉਂਦਾ ਉਹ ਵੀ ਇਨਸਾਨ ਹੈ। ਹਿਰਨ ਵੀ ਆਪਣੇ ਭਾਈਚਾਰੇ ਨੂੰ ਪਸੰਦ ਹੈ, ਔਰ ਬਾਜ ਵੀ ਆਪਣੇ ਹੀ ਪੰਛੀਆਂ ਨੂੰ ਪਕੜ ਪਕੜ ਕੇ ਮਾਲਕ ਦੇ ਹਵਾਲੇ ਕਰਦਾ ਹੈ। ਹਰਨਾ ਬਾਜਾਂ ਤੇ ਸਿਕਦਾਰਾਂ, ਇਹਨਾਂ ਪੜਿਆ ਨਾਉ, ਆਂਦੀ ਲੱਗੀ ਜਾਤ ਫਹਾਏ, ਆਪਣੀ ਜਾਤ ਦੇ ਲੋਕਾਂ ਨੂੰ ਪਸੰਦ ਹੈ, ਅੱਗੇ ਨਾ ਹੀ, ਅੱਗੇ ਥਾਂ ਨਹੀਂ ਮਿਲਦਾ। ਹਾਥ ਤਾਂ ਡੋਰ, ਹੱਥ ਵਿੱਚ ਪਤੰਗ ਦੀ ਡੋਰ ਪਕੜੀ ਹੋਈ ਹੈ ਜਾਂ ਬਾਜ਼ ਦੀ ਡੋਰ ਪਕੜੀ ਹੋਈ ਹੈ। ਮੁਖ ਖਾਇਓ ਤੰਬੋਰ, ਤੇ ਮੂੰਹ ਵਿੱਚ ਪਾਨ। ਹਾਥ ਤਾਂ ਡੋਰ, ਮੁਖ ਖਾਇਓ ਤੰਬੋਰ, ਮਰਤੀ ਬਾਰ ਕਸ ਬੰਨ੍ਹਿਓ ਚੋਰ। ਕੱਸ ਕੇ ਇਹਨੂੰ ਬੰਨ ਲੈਣਾ ਵੀ ਤੂੰ ਗੁਰੂ ਘਰ ਦਾ, ਪ੍ਰਮਾਤਮਾ ਦੇ ਘਰ ਦਾ ਚੋਰ ਹੈ, ਤੂੰ ਜਿਹੜਾ ਕੰਮ ਕਰਨ ਆਇਆ ਸੀ ਉਹ ਨਹੀਂ ਕੀਤਾ, ਤੂੰ ਹੋਰ ਕੰਮਾਂ 'ਚ ਲੱਗਾ, ਅਯਾਸ਼ੀ ਵਿੱਚ ਲੱਗਾ। ਸਾਰਾ ਦਿਨ ਤੂੰ ਪੰਛੀ ਮਾਰ ਮਾਰ ਕੇ ਇਕੱਠੇ ਕਰਦਾ ਰਿਹਾ, ਸਾਰਾ ਦਿਨ ਤੂੰ ਪਾਣੀ ਚੱਬਦਾ ਰਿਹਾ। ਹਾਥ ਤਾਂ ਡੋਰ, ਮੁਖ ਖਾਇਓ ਤੰਬੋਰ, ਮਰਤੀ ਬਾਰ ਕਸ ਬੰਨ੍ਹਿਓ ਚੋਰ। ਜੇ ਇੱਥੇ ਨਾਮ ਨਹੀਂ ਜਪਿਆ ਤੇ ਫਿਰ ਪਿਆਰਿਓ ਅੰਤ ਸਮਾਂ ਔਖਾ। ਪਾਪ ਕਮਾਵੰਦਿਆਂ ਤੇਰਾ ਕੋਏ ਨਾ ਬੇਲੀ ਰਾਮ। ਇਹ ਫੈਸਲਾ ਹੈ ਗੁਰਮਤਿ ਦਾ। ਬਹੁਤ ਪ੍ਰਪੰਚ, ਹੁਣ ਵੇਖੋ, ਕਦੀ ਠੰਡੇ ਦਿਮਾਗ ਨਾਲ ਅਸੀਂ ਸੋਚੀਏ ਨਾ, ਬੰਦਾ ਵਲਸ਼ਲ ਕਰਕੇ ਪੈਸੇ ਲਿਆਉਂਦਾ ਕਮਾ, ਜਾਂ ਤੇ ਪਤਨੀ ਅੱਗੇ ਰੱਖਣੇ ਨੇ ਜਾਂ ਪੁੱਤਰ ਅੱਗੇ ਰੱਖਣੇ ਨੇ, ਨਾਲੇ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖ ਮੈਂ ਕਿੰਨੇ ਕਮਾਨਾ। ਹਜ਼ੂਰ ਨੇ ਬਾਣੀ 'ਚ ਲਿਖਿਆ, ਮੈਂ ਨਹੀਂ ਕਹਿੰਦਾ, ਪਰ ਕਹਿੰਦੇ ਨੇ ਬਹੁਤ ਪ੍ਰਪੰਚ ਕਰ। ਪ੍ਰਪੰਚ ਨਹੀਂ ਕਰਦੇ, ਧਰਮ ਦੀ ਕਿਰਤ ਕਰਕੇ ਕਮਾਣੇ। ਪ੍ਰਪੰਚ ਕਰ ਪਰ ਧਨ ਲਿਆਵੇ, ਸੁੱਤ ਦਾਰਾ ਪੈ ਪੁੱਤਰ ਤੇ ਵਹੁਟੀ ਕੋਲ ਆਣ ਲੁਟਾਵੇ। ਹੁਣ ਅੱਗੋਂ ਫੈਸਲਾ ਕੀ? ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀਵੈ। ਐ ਮੇਰੇ ਕਪਟੀ ਮਨ, ਇਹ ਕਪਟ ਨਾ ਕਰ, ਕਿਉਂਕਿ ਅੰਤ ਨਬੇੜਾ ਤੇਰੀ ਜੇਬ ਤੋਂ ਲਿਆ ਜਾ। ਹਾਥ ਤਾਂ ਡੋਰ, ਮੁਖ ਖਾਇਓ ਤੰਬੋਰ, ਮਰਤੀ ਬਾਰ ਕਸ ਬੰਨ੍ਹਿਓ ਚੋਰ। ਫਿਰ ਮਹਾਰਾਜ ਕਰੀਏ ਕੀ? ਹਜ਼ੂਰ ਹੁਣ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਕਿਉਂਕਿ ਇੱਕ ਖੰਡਨ ਹੁੰਦਾ, ਇੱਕ ਮੰਡਨ ਹੁੰਦਾ। ਇਹ ਦੋ ਸ਼ਬਦ ਨੇ ਲਿਟਰੇਰੀ। ਖੰਡਨ ਕਿਸੇ ਗੱਲ ਦਾ ਕੀਤਾ ਜਾਂਦਾ ਵੀ ਇਹ ਗੱਲ ਗਲਤ ਹੈ, ਇਹ ਨਹੀਂ, ਤੇ ਮੰਡਨ ਆ ਗੱਲ ਸਹੀ ਹੈ, ਇਹ ਕਰਨੀ। ਪਹਿਲਾਂ ਖੰਡਨ ਕੀਤਾ, ਹੁਣ ਮੰਡਨ ਕੀ ਹੈ? ਗੁਰਮਤ ਰਸ ਰਸ ਹਰ ਗੁਣ ਗਾਵੇ, ਰਾਮੈ ਰਾਮ ਰਮਤ ਸੁਖ ਪਾਵੇ। ਗੁਰੂ ਦੀ ਮੱਤ ਲੈ ਕੇ ਫਿਰ ਰਸ ਲੈ ਲੈ ਕੇ ਹਰੀ ਦੇ ਗੁਣ ਗਾਣੇ। ਔਰ ਗੁਣ ਗਾਏ ਤਾਂ ਜਾ ਸਕਦੇ ਨੇ ਜੇ ਗੁਰੂ ਦੀ ਮੱਤ ਦੇ ਧਾਰਨੀ ਹੋਵੇ। ਮਨ ਦੀ ਮੱਤ ਦੇ ਧਾਰਨੀ ਹੋ ਕੇ ਨਹੀਂ ਕੀਤਾ ਜਾ ਸਕਦਾ। ਗੁਰਮਤਿ ਵਿਦਿਆਲਿਆ, ਗੁਰਮਤਿ ਕਾਲਜ ਸ਼ੁਰੂ ਕਰਨ ਦਾ ਪ੍ਰਯੋਜਨ ਇਹ ਸੀ ਵੀ ਗੁਰਮਤਿ ਦਾ ਬੋਲਬਾਲਾ ਹੋ ਜਾਏ, ਸਾਨੂੰ ਆਪ ਨੂੰ ਸਮਝ ਆ ਜਾਏ ਵੀ ਗੁਰਮਤਿ ਕੀ ਹੈ, ਤੇ ਫਿਰ ਅਸੀਂ ਕਹੀਏ ਗੁਰਮਤਿ ਸਿੱਖ ਕੇ ਅਸੀਂ ਸਿਖਾਉਣੀ ਅੰਮ੍ਰਿਤਧਾਰੀ ਕੌਮ ਬਣਾਉਣੀ। ਪਹਿਲਾਂ ਅਸੀਂ ਸਿੱਖੀਏ, ਫਿਰ ਅਸੀਂ ਸਿਖਾਈਏ, ਤੇ ਗੁਰਮਤਿ ਸਿੱਖ ਲਈਏ, ਤੇ ਫਿਰ ਜਦੋਂ ਗੁਰਮਤਿ ਆ ਜਾਏ, ਮਨਮਤ ਦਾ ਨਾਸ਼ ਹੋ ਜਾਏ। ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸਾਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵਸਾਰੇ ਦੂਜਾ ਭਾਉ ਜੀਓ। ਇਉਂ ਪਾਵੇ ਹਰ ਦਰਸਾਵੜਾ ਨਹਿ ਲੱਗੇ ਤਤੀ ਭਾਉ ਜੀਓ। ਗੁਰਮਤਿ ਰਸ ਰਸ ਹਰ ਗੁਣ ਗਾਵੇ, ਰਾਮੈ ਰਾਮ ਰਮਤ ਸੁਖ ਪਾਵੇ। ਫਿਰ ਰਾਮ ਵਿੱਚ ਰਮ ਕੇ ਤੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਅਸੀਂ ਆਮ ਤੌਰ ਤੇ ਸੁਖ ਪ੍ਰਾਪਤ ਕਰਨੇ ਆ ਮਾਇਆ ਵਿੱਚੋਂ। ਅਸੀਂ ਆਮ ਤੌਰ ਤੇ ਸੁਖ ਪ੍ਰਾਪਤ ਕਰਨੇ ਆ ਪਿਆਰਿਓ ਵੀ
ਦੇਸ਼ਾਂ ਵਿਦੇਸ਼ਾਂ ਦੀ ਸੈਰ ਕਰ ਲਈਏ। ਹਜ਼ੂਰ ਕਹਿੰਦੇ ਨੇ ਸੁਖ ਨਾਹੀ ਬਹੁਤਾ ਧਨ ਖੱਟ। ਬਹੁਤ ਜਿਹੜਾ ਗਰੀਬ ਹੈ ਉਹ ਸਮਝਦਾ ਵੀ ਅਮੀਰ ਸੁਖੀ ਨੇ, ਮੈਂ ਵੀ ਅਮੀਰ ਹੋ ਜਾਗਾ ਤੇ ਸੁਖੀ ਹੋ ਜਾਗਾ। ਹਜ਼ੂਰ ਕਹਿੰਦੇ ਨੇ ਸੁਖ ਨਾਹੀ ਬਹੁਤਾ ਧਨ ਖੱਟ ਹੈ। ਅਮੀਰਾਂ ਨੂੰ ਪੁੱਛ ਕੇ ਵੇਖ ਲਿਆ, ਉਹ ਵੀ ਦੁਖੀ ਨੇ। ਸੁਖ ਨਾਹੀ ਪੇਖੈ ਨ੍ਰਿਤ ਨਾਟੈ। ਸੁਖ ਨਾਹੀ ਬਹੁ ਦੇਸ਼ ਕਮਾਏ। ਦੇਸ਼ ਕਮਾਏ ਮੈंने ਭਰਮਣ ਕਰਨਾ। सर्व सुखा हर हर गुण गाए। जो सुख को चाहे सदा शरण राम की ले। होर बड़े प्रमाण ने। इसलिए गुरमत रस रस हर गुण गावे। रामै राम रमत सुख पावे। इस तरह राम विच रम के तू सुखी हो जाएगा। किरपा करके नाम दृढ़ाई हर हर पास सुगंध बसाई। गुरु की मत के धारनी होइए फिर वो किरपा करके नाम दृढ़ करता। गुरु दे राही संगत दे राही भले पुरुषों की शोभत होती है। नाम जदों दृढ़ होता है फिर उस पासे सुरख जाती है। और ये सब कुछ होना है जदों पकड़ ढिली होगी। जे पकड़ ढिली नहीं ये रस छाड़े वो रस आवा। दोवें चीज़ां सेम टाइम नहीं ना होंदियां। हुण मास नूं लैके ते कंट्रोवर्सी हो जाती है। पर हजूर ने जदों मास की गल की तो कहन लगे भी रस तो होर भी हैगे ने। महाराज किहड़े ने? हजूर कहन लगे रस सोइना, रस रूपा, कामण, रस परमल की वास, रस घोड़े, रस सेजा मंदर, रस मिठा। 8 हो गए ना। ते फिर कहते ने रस मास। हुण पहले 8 की तो असीं गल ही क्यों नहीं करते? विकारां की भी जदों गल आउंदी है तो कल्ले काम की गल करने। क्रोध, लोभ, मोह, अहंकार। मैं कहना भले ये 5 पैरलल ने। वो कहते नहीं ज्ञानी जी ये जिहड़ी कौम है ना बाकी चीज़ां बर्दाश्त कर लैंदी है, पहली नहीं करती। तुहाडी मर्जी है, तुसीं वारस हो, पर हैगे दूजे भी सेम ही ने। उन्हां दा भी त्याग कर। हुण जे गंगू ने लालच बस साहिबजादे नीआं चनवा दिते, की उहनूं माफ कर दोगे? वो भी तो वकार है ना। लोभ बस ही सारा कुछ उहदे तो कराया ना। लोभ ने साध संगत की लोभ अंदर, लोभ का जज्बा जिहड़ा अंदर उन्हें बच्चे नीआं च खड़े करवा दिते। हुण लोभ जिहड़ा वकार है वो घट थोड़ा, बड़े बड़े अनर्थ कर दिंदा है। अहंकार बड़े बड़े अनर्थ करता है। मोह बड़े बड़े अनर्थ कर देता है। घाटे ना तो कोई नहीं। तो पकड़ ही दुख का प्रतीक है। इसलिए हजूर कहते हैं काल भूत की हस्तनी मन बौरा रे। चलत रचो जगदीश काम स्वाय का बस परे मन बौरा रे। अंकज सयो शीस। एक स्पर्श का रोग है हाथी नूं। जिन्हां ने पकड़ना वड्डा सारा टोया पुट के कखां दा छत पा के उत्ते पतली पतली मिट्टी विछा के भी आम जमीन वांगू बना के एक काल भूत दी जिवें अजकल समुंदर की झग आउंदी है ना वेटलैस की, ओहदी हथनी बना के पेंट पूंट करके खड़ा कर देंदे ने। काम दा मारिया हाथी उहनूं स्पर्श करन आउंदा है, वो थल्लेओं कख जिहड़े ने भार चल नहीं सकते, धड़म करके टोए च डिग पैंदा। कुंडा लैके मावत बैठा हुंदा आके सेंसिटिव पॉइंट दे विच मारदा। सारी उम्र असाम के जंगलों च लकड़ा ढोता, सर्कस में तमाशा करता। स्पर्श रोग ने मार दिता। काम सुवाए गज बस परे मन बौरा रे। अंकज सयो शीश विखै बाच हर राज समझ मन बौरा रे। इस पकड़ तो बच मन चले, इस गल को समझ। निरभय होए ना हर भजे मन बौरा रे। तू क्यों निरभय हो के हरि नूं नहीं भजदा? फिर कहते ने मरकट मुष्टि अनाज की मन बौरा रे। लीनी हाथ पसार छूटन को सहसा परयो मन बौरा रे। नाच्यो घर घर बार। फिर कहते ने जो नलनी सूटा गयो मन बौरा रे। माया ये व्यवहार ऐसा जैसा रंग कसुंभ का मन बौरा रे। त्यों पसरियो पसार। तोते नूं पकड़न वालियां ने एक यंत्र बनाया होंदा नलनी। वो नलनी नाल काबू आ जाता है, उन्होंने छट पुट के पकड़ लैंदा, छड्डदा नहीं, वो पकड़ के पिंजरे च बंद कर लेंदे।
जो नलनी सूटा गयो मन बौरा रे, माया ए व्यवहार जैसा रंग कुसुम का मन बौरा रे, क्यों पसरियो पसार। नावण को तीरथ कणे मन बौरा रे, तीरथ भी पकड़ जे, वो भी पकड़ लेंदे। यानी जी तुसी कदी हजूर साहब गए हो? मैं कहता नहीं। दास 21 बार हो आया, हम 22वीं बारी चलना। और बॉडी लैंग्वेज देखो जिवें जीवन मुक्त हो गया। हजूर साहब जाना भागां वालियां दे हिस्से होता है, पर डिपेंड करता है भी असी किस सेंस नाल गए हैं, किस बिरती नाल गए हैं, किस आइडियोलॉजी नाल गए हैं। अदरवाइज कुछ भी नहीं। नावन को तीरथ कणे मन बौरा रे, पूजन को बहु देव। और कहो कबीर छूटन नहीं मन बौरा रे, छूटन हर की सेव, छुटना सेवा सिमरन नाल। जे सिमरन नहीं करता, बाणी नहीं पढ़ता, बाणी को समझदा नहीं, सेवा नहीं करता, तो तीर्थां दे भरमन ने भी तेरा कुछ नहीं सुना। इस वास्ते औद अनल तन तिनको मंदिर चौंद साठ ठयो, कहत कबीर कहो कबीर पै सागर तरन को मैं सतगुर ओट लाए। औद अनल तन तिन को मंदिर, साडा तन कखां दा छप्पर बनया होया, ते औद अनल उमर लंघ रही है, ਇਹਨੂੰ ਅੱਗ ਲੱਗੀ है। चौं दिस ठाठ ठहयो, चार चफेरे ये वातावरण बनया होया। मैं ते भव सागर तरन लई सतगुरु की ओट लई। भगत कबीर साहब कहते ये सारी पकड़ मैं ढिली कर दी। पकड़ ही दुख का प्रतीक है। संसार की पकड़, परिवार की पकड़, स्थान की पकड़, अहुदे की पकड़, बड़ी तरह की पकड़ हो सकती है। हुण हजूर बख्शिश कर रहे ने भाई, फिर अंदर हरि दे नाम रूपी सुगंधी पैदा होती। वो जिहड़े जपदे ने वो तुसी नक नाल सुंघोगे तो कोई सुगंधी नहीं आवेगी। सुगंधी का मतलब है तुहानूं उन्हां दी शोभत चंगी लगे। कई बार तुसी वेख्या होवेगा भी कोई बंदा आवे ते असीं ये तो नहीं कहंदे तू चला जा, पर ਉਹਦੀ कंपनी सानूं चंगी नहीं लगदी। विचों असीं ये कहंदे आ भी ये चला, जिन्नी छेती हो सके चला। पर कुछ लोग इस तरह के तुहानूं मिलते हैं, तुहाडा दिल करता है थोड़ी देर होर बैठ जाए। हुण वो की है, वो जिहड़े वेव्स ने, रिजमा ने, वो अंदरों जिहड़ियां चंगियां निकल रही ने तुहानूं भी शांत करदियां ने, तुहानूं भी आनंदित करदियां। और जिहड़ा अंदरों डिस्टर्ब है, अंदरों दुखी है, अंदरों सारा बाहर निकलिया होया, ਉਹਦੇ वेव्स भी तुहानूं डिस्टर्ब, तुसीं एकागर हो तां भी तुहानूं डिस्टर्ब करदे। इस वास्ते हजूर ने भलियां की शोभत की भी सानू प्रेरणा की। और भलियां की शोभत करने का एक तरीका भी बुरियां की शोभत छड्ड देंगे। किरपा करके नाम दड़ाई, हर हर बास सुगंध बसा। नाम की सुगंधी अंदर वस गई। और अखीर च कहते ने कहत कबीर चेत रे अंधा। ये किनू अन्ना कह रहे हैं? ये अन्ने जगत परमात्मा का नाम जप। अन्ने जगत परमात्मा का नाम जप। हुण अन्ना ते उहनूं कहंदे ने जिहनूं दिसे ना, ते संसार सारा ते इस तरह का नहीं जिन्होंने दिसे ना। पर बाणीकारां का नजरिया पता की है? बाणीकारां का नजरिया है भाई जिन्हों ये संसार ते दिसदा है पर जीवन का प्रयोजन नहीं दिसदा। वो कहते ने अंधे ए ना आखिए जिन मुख लोएन ना है। उन्होंने अन्ने ना आखो जिन्होंने दिसदा नहीं। क्योंकि जदों असीं संसार ते झात मारने ना साध संगत, गूंगे लोग बहुत उच्चे मरातबियां ते नहीं पहुंचे, मैनूं क्षमा करते। जमांदरू बोले भी नहीं पहुंचे। जमांदरू अन्ने लोग बड़े वड्डे वड्डे मरातबियां ते पहुंचे। मैं इदा भी पढ़िया है भी कई यूनीवर्सिटियां दे वो वाइस चांसलर बने। साडी कौम विच जिस तरह का कीर्तन नेत्रहीन करते हैं, इस तरह नेत्रा वाले तो नहीं। जिन्होंने ज्ञानी मेवा सिंह की संगत की है,
ਉਹਨਾਂ ਨੂੰ ਪਤਾ ਨੇਤਰਹੀਨ ਸਨ। ਇੱਥੇ ਪਾਠ ਹੋ ਰਿਹਾ, ਉੱਥੇ ਬੈਠੇ ਨੇ ਤੇ ਦੱਸ ਦੇਣਗੇ ਵੀ ਆ ਜਿਹੜਾ ਏਕ ਭਾਏ ਦੇਖੋ ਸਭ ਨਾਰੀ ਹੈ, ਤੇ ਭਾਏ ਦੇ ਕੀੜੀ ਨੂੰ ਸਿਆਰੀ ਹੈ। ਇੱਥੇ ਇਸ ਚੀਜ਼ ਨੂੰ ਔਂਕੜ ਹੈ, ਇੱਥੇ ਇਸ ਚੀਜ਼ ਨੂੰ ਦਲੌਂਕੜ, ਬੈਠੇ ਉੱਥੇ ਹੋਣਗੇ, ਅੱਖਾਂ ਕੋ ਨਹੀਂ ਗਈਆਂ। ਪਰ ਜਿਹੜੀ ਚੀਜ਼ ਇੱਕ ਵਾਰ ਸਮਝ ਲਈ ਉਹ ਅੰਦਰ ਬਹਿ ਗਈ, ਕਿਉਂਕਿ ਅੱਖਾਂ ਰਾਹੀਂ ਅਸੀਂ ਆਪਣਾ ਬਹੁਤ ਕੁਝ ਵੇਸਟ ਕਰਦੇ ਹਾਂ, ਵਕਤ ਜ਼ਾਇਆ ਕਰਦੇ ਹਾਂ, ਐਨਰਜੀ ਜ਼ਾਇਆ ਕਰਦੇ ਹਾਂ, ਸੁਰਤ ਉਧਰ ਲੈ ਜਾਂਦੇ ਹਾਂ, ਔਰ ਜਿੱਧਰ ਲਿਜਾਣੀ ਹੈ ਉਧਰ ਨਹੀਂ ਜਾਂਦੀ। ਇਸ ਲਈ ਭਾਈ ਨਾਨਕ ਸੇ ਅਖੜੀਆਂ ਬਿਆਨ ਜਿਨੀ ਦਿਸੰਦੋ ਮਾਂਗੇ, ਜਿਨ੍ਹਾਂ ਨਾਲ ਮੇਰਾ ਪਿਆਰਾ ਦਿਸਦਾ ਹੈ ਉਹ ਅੱਖਾਂ ਹੋਰ ਨੇ, ਉਹ ਦਿਵ ਦ੍ਰਿਸ਼ਟੀ ਹੈ। ਤੇ ਉਸ ਦਿਵਯ ਜਿੱਥੋਂ ਆਇਆ ਉੱਥੇ ਨੂੰ ਕਹਿੰਦੇ ਨੇ ਦਿਵਯ। ਸਾਡੇ ਇੱਥੇ ਆ ਕੇ ਹੋ ਜਾਂਦਾ ਦਿਵ ਦ੍ਰਿਸ਼ਟੀ। ਭਾਈ ਉਹ ਦਿਵ ਦ੍ਰਿਸ਼ਟੀ ਨਾਲ ਨਜ਼ਰ ਆਉਂਦਾ ਹੈ। ਇਸ ਲਈ ਲੁਕਾਈ ਨੂੰ ਭਗਤ ਕਬੀਰ ਸਾਹਿਬ ਅੰਨਾ ਕਹਿੰਦੇ ਨੇ। ਕਹਤ ਕਬੀਰ ਚੇਤ ਰੇ ਅੰਧਾ, ਸਤ ਰਾਮ ਝੂਠਾ ਸਭ ਤੱਤਾ। ਸਦੀਵੀ ਰਹਿਣ ਵਾਲਾ ਅਕਾਲ ਪੁਰਖ ਹੈ, ਬਾਕੀ ਸਭ ਬਿਨਸ ਜਾਣਾ ਹੈ, ਕਿਉਂਕਿ ਇਹਦੇ ਵਿੱਚੋਂ ਕੁਝ ਵੀ ਸਾਡੇ ਨਾਲ ਨਹੀਂ ਨਿਭਣਾ। ਇਸ ਵਾਸਤੇ ਜਿਨ੍ਹਾਂ ਨੂੰ ਸਮਝ ਆਈ ਉਹਨਾਂ ਕਿਹਾ ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨ ਬੂਟ ਤੇ ਅਧਿਕਾਈ। ਤੋ ਸਤਿਗੁਰੂ ਇਹ ਕਿਰਪਾ ਕਰਨ ਕਿ ਅਸੀਂ ਆਹਿਸਤਾ ਆਹਿਸਤਾ ਇਹ ਜਿਹੜੀ ਸੰਸਾਰ ਦੀ ਪਕੜੇ, ਸੰਸਾਰ ਵਿੱਚ ਰਹਿੰਦਿਆਂ ਹੋਇਆਂ ਹੀ ਜੈਸੇ ਜਲ ਮੈਂ ਕਮਲ ਨਰਾਲਮ, ਮੁਰਗਾਈ ਨੈ ਸਾਣੈ, ਸੁਰਤ ਸ਼ਬਦ ਅਵਸਾਗਰ ਤਰੀਏ, ਨਾਨਕ ਨਾਮ ਬਖਾਣੈ। ਕੰਮਕਾਰ ਕਰਦਿਆਂ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਅਸੀਂ ਵਿੱਚੋਂ ਸਮਾਂ ਕੱਢ ਕੇ ਸੰਗਤ ਵਿੱਚ ਵੀ ਜੁੜੀਏ, ਬਾਣੀ ਪੜ੍ਹੀਏ, ਸਮਝੀਏ, ਔਰ ਇਸ ਪ੍ਰਕਾਰ ਲਗਾਤਾਰ ਆਪਣੇ ਆਪ ਨੂੰ ਮੈਂਟਲੀ ਪ੍ਰਪੇਅਰ ਕਰੀਏ ਵੀ ਇਹ ਜੋ ਦੁਨੀਆ ਸਿਹਰ ਵੇਲਾ ਦਸਤਗੀਰੀ ਨਾਹੇ, ਦੁਨੀਆ ਮੁਕਾਮੇ ਫਾਨੀ, ਦੁਨੀਆ ਦਾ ਮੁਕਾਮ ਫਨਾ ਹੋਣ ਵਾਲਾ ਹੈ। ਤਹਿਕੀਕ ਦਿਲਦਾਨੀ, ਮਮ ਸਰ ਹੋਏ ਅਜ਼ਰਾਈਲ ਗ੍ਰਿਫਤ ਹੈ, ਦਿਲ ਹੇਜ ਨਾ ਰਾਨੀ। ਸਤਿਗੁਰੂ ਕਿਰਪਾ ਕਰਨ ਕਿਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਨਤੀਆਂ ਕਰਦਿਆਂ ਹੋਈਆਂ ਬੇਨਤੀਆਂ ਵਾਸਤੇ ਦਾਸ ਖਿਮਾ ਦਾ ਜਾਚਕ ਹੈ। ਸੋ ਆਓ ਸਾਥ ਹੁਣ ਸਮਾਂ ਇਸ ਸਥਾਨ ਦੇ ਸੈਕਟਰ ਰਾਜੇ ਵਾਲੇ ਸਾਥੀ